ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪੰਜਾਬ ਸਟੱਡੀ IQ ਤੇ। ਤਾਂ ਅੱਜ ਦਾ ਆਪਣਾ ਟੌਪਿਕ ਹੈ ਜੋ ਪਿੱਛੇ ਆਪਣੇ ਕੋਲੇ ਖਬਰਾਂ ਦੇ ਵਿੱਚ ਜੋ ਵੀ ਸਥਾਨ ਰਹੇ ਨੇ, ਆਪਾਂ ਉਹਨਾਂ ਦੇ ਬਾਰੇ ਗੱਲ ਕਰਨੀ ਆ। ਪਲੇਸਿਸ ਇਨ ਨਿਊਜ਼ ਐਂਡ ਸਮ ਰਿਲੇਟਡ ਇਨਫੋਰਮੇਸ਼ਨ ਅਬਾਊਟ ਪੰਜਾਬ, ਦਿਸ ਇਜ਼ ਆਵਰ ਟਾਈਟਲ। ਤਾਂ ਇਹ ਨੈਬ ਤਹਿਸੀਲਦਾਰ ਦੇ ਐਗਜ਼ਾਮ ਲਈ ਇੰਪੋਰਟੈਂਟ ਆ, ਔਰ ਆਪਾਂ ਸੰਵਿਧਾਨ ਦੇ ਪਾਰਟ 1 ਆਰਟੀਕਲ 1 to 4 ਤਾਂ ਇਹ ਕੰਬਾਈਨ ਕਰਕੇ ਆਪਾਂ ਇਹ ਟੌਪਿਕ ਅੱਜ ਦਾ ਕਰਨਾ। ਤਾਂ ਨਾਲੇ ਆਪਣਾ ਸੰਵਿਧਾਨ ਦਾ ਪਹਿਲਾ ਭਾਗ ਤੇ ਉਹਦੇ ਆਰਟੀਕਲ 1 ਤੋਂ 4 ਜਿਨ੍ਹਾਂ ਦੇ ਵਿੱਚ ਮਤਲਬ ਜਿਹਦਾ ਨਾਮ ਆਪਣੇ ਕੋਲ ਯੂਨੀਅਨ ਐਂਡ ਇਟ ਇਜ਼ ਟੈਰੀਟਰੀ, ਤਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਮਤਲਬ ਨਵੀਂ ਸਟੇਟ ਕਿਵੇਂ ਬਣਦੀ ਆ, ਨਵਾਂ ਜ਼ਿਲ੍ਹਾ ਕਿਵੇਂ ਬਣਦਾ, ਔਰ ਰੀਨੇਮ ਕਰਨਾ ਕੁਛ ਤਾਂ ਕਿਵੇਂ ਹੁੰਦਾ। ਚਲੋ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਆਪਣਾ ਟੌਪਿਕ ਜੋ ਸ਼ੁਰੂ ਕਰਦੇ ਹਾਂ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪੰਜਾਬ ਸਟੱਡੀ IQ ਹੁਣ ਚਰਚਾ ਦੇ ਵਿੱਚ ਕਿਉਂ ਰਹਿੰਦਾ, ਕਿਉਂਕਿ ਯੂਪੀ ਗਵਰਨਮੈਂਟ ਨੇ ਇੱਥੇ ਕੀ ਕੀਤਾ, ਰੀਨੇਮ ਕੀਤਾ ਫੈਜ਼ਾਬਾਦ ਰੇਲਵੇ ਸਟੇਸ਼ਨ। ਇਸ ਰੇਲਵੇ ਸਟੇਸ਼ਨ ਸੀ ਉੱਥੇ ਫੈਜ਼ਾਬਾਦ ਦਾ, ਇਹਦਾ ਨਾਮ ਉਹਨਾਂ ਨੇ ਕਰਤਾ ਅਯੋਧਿਆ ਕੈਂਟ। ਠੀਕ ਆ, ਜਿੱਥੇ ਵੀ ਕੋਈ ਆਰਮੀ ਦਾ ਵਗੈਰਾ ਕੁਛ ਹੁੰਦਾ ਤਾਂ ਕੈਂਟ ਲੱਗ ਜਾਂਦਾ ਆਲਮੋਸਟ। ਤਾਂ ਇਹਨਾਂ ਨੇ ਨਾਮ ਚੇਂਜ ਕੀਤਾ। ਤਾਂ ਇੱਥੇ ਆਪਣੇ ਕੋਲੇ ਥੋੜ੍ਹਾ ਜਿਹਾ ਫਰਕ ਆ, ਉਹ ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤਾਂ ਆਪਣੇ ਕੋਲ ਕੀ ਹੁੰਦਾ, ਕਿਸੇ ਦਾ ਆਪਾਂ ਨਾਮ ਚੇਂਜ ਕਰ ਰਹੇ ਹਾਂ, ਜੇ ਤਾਂ ਜ਼ਿਲ੍ਹੇ ਦਾ ਨਾਮ ਚੇਂਜ ਕਰਨਾ ਉਹ ਅਲੱਗ ਪੈਟਰਨ ਨਾਲ ਹੁੰਦਾ, ਅਗਰ ਕਿਸੇ ਆਪਾਂ ਰੇਲਵੇ ਸਟੇਸ਼ਨ ਦਾ ਨਾਮ ਚੇਂਜ ਕਰਨਾ ਤੇ ਉਹਦਾ ਪੈਟਰਨ ਆਪਣੇ ਕੋਲ ਥੋੜਾ ਅਲੱਗ ਹੁੰਦਾ। ਚਲੋ, ਤਾਂ ਹੁਣ ਖਬਰਾਂ 'ਚ ਆਪਣੇ ਕੋਲੇ ਕਿਉਂ ਸੀਗਾ, ਚਰਚਾ 'ਚ ਰਿਹਾ, ਤਾਂ ਆਪਾਂ ਨੂੰ ਪਤਾ ਚੱਲ ਗਿਆ। ਇਸ ਤੋਂ ਪਹਿਲਾਂ 2018 ਦੇ ਵਿੱਚ ਸਟੇਟ ਗਵਰਨਮੈਂਟ ਆਫ ਯੂਪੀ, ਸਭ ਤੋਂ ਜ਼ਿਆਦਾ ਨੇਮ ਜਿਹੜੇ ਬਦਲੇ ਨੇ ਉਹ ਯੂਪੀ ਸਰਕਾਰ ਨੇ ਬਦਲੇ ਨੇ। ਤਾਂ ਇਹਨਾਂ ਨੇ ਰੀਨੇਮ ਕੀਤਾ ਸੀ ਫੈਜ਼ਾਬਾਦ ਐਜ਼ ਅਯੋਧਿਆ। ਤਾਂ ਇੱਥੇ ਇਹਨਾਂ ਨੇ ਫੈਜ਼ਾਬਾਦ ਦਾ ਨਾਮ ਹੀ ਬਦਲ ਕੇ ਅਯੋਧਿਆ ਰੱਖਤਾ ਸੀ। ਤਾਂ ਜਿਹੜਾ ਹੁਣ ਆਪਣੇ ਕੋਲੇ ਸਟੇਸ਼ਨ ਆ ਤਾਂ 1874 ਦਾ ਬਣਿਆ ਵਾ ਸੀ ਤੇ ਨਦਨ ਰੇਲਵੇ ਜ਼ੋਨ ਦੇ ਵਿੱਚ ਪੈਂਦਾ। ਆ ਤਾਂ ਹੋ ਗਈ ਸਟੇਸ਼ਨ ਦੇ ਬਾਰੇ, ਇੱਧਰ ਇੰਨੀ ਕੁ ਆਪਣੇ ਕੋਲ ਗੱਲਬਾਤ। ਠੀਕ ਆ, ਤਾਂ ਖਬਰਾਂ ਦੇ ਵਿੱਚ ਸਥਾਨ ਸੀ ਤਾਂ ਆਪਾਂ ਨੂੰ ਕਰਨਾ ਪੈਣਾ। ਅਗਰ ਤੁਸੀਂ ਵੈਸੇ ਵੀ PPSC ਦੇ ਅਗਲੇ ਐਗਜ਼ਾਮ ਦੀ ਜਾਂ UPSC ਦੇ ਲਈ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਿੱਚ ਇਹੋ ਜਿਹੇ ਕੁਐਸਚਨ ਆਉਣ ਦੀ ਬਹੁਤ ਜ਼ਿਆਦਾ ਉਮੀਦ ਹੁੰਦੀ ਆ, ਕਿਉਂਕਿ ਉਹਨਾਂ ਦੇ ਚਹੇਤੇ ਟੌਪਿਕ ਹੁੰਦੇ ਨੇ ਇਹ, ਵੀ ਜਿਹੜੀ ਸਥਾਨ ਕੋਈ ਚਰਚਾ ਦੇ ਵਿੱਚ ਰਹੇ ਹੋਣ ਜਾਂ ਮਤਲਬ ਕਿ ਨਿਊਜ਼ ਦੇ ਵਿੱਚ ਰਹਿੰਦੇ ਆ ਨਾ, ਤਾਂ ਉਹਨਾਂ ਦੇ ਵਿੱਚੋਂ ਉਹਨਾਂ ਨੇ ਅਕਸਰ ਪੁੱਛਣਾ ਹੀ ਹੁੰਦਾ। ਹੋਰ ਇਹਨਾਂ ਨੇ ਮਤਲਬ ਕਾਫੀ ਨਾਮ ਚੇਂਜ ਕੀਤੇ ਆ, ਜਿਵੇਂ ਇਹਨਾਂ ਨੇ ਆਪਾਂ ਇੰਪੋਰਟੈਂਟ ਨਾਮ ਦੇਖਦੇ ਹਾਂ। ਇਲਾਹਾਬਾਦ ਤੋਂ ਪ੍ਰਯਾਗਰਾਜ ਕੀਤਾ ਸੀ 2017 ਦੇ ਵਿੱਚ। ਮੁਗਲ ਸਰਾਏ ਰੇਲਵੇ ਸਟੇਸ਼ਨ ਤੋਂ ਨਾਮ ਬਦਲ ਕੇ ਇਹਨਾਂ ਨੇ ਪੰਡਿਤ ਦੀਨ ਦਿਆਲ ਉਪਾਧਿਆ ਦੇ ਨਾਮ ਤੇ ਰੱਖਿਆ ਸੀ। ਠੀਕ ਆ, ਮਤਲਬ ਕਿ ਜਿਹੜਾ 150 ਤੇ ਇਰਦ ਗਿਰਦ ਸਾਲ, ਇੰਨਾ ਸਾਲ ਪੁਰਾਣਾ ਸੀਗਾ। ਔਰ ਇਹਦੇ ਬਾਰੇ ਇੰਪੋਰਟੈਂਟ ਗੱਲ ਇਹ ਆ ਸਾਡੇ ਕੋਲ ਵੀ ਜਿਹੜਾ ਪੰਡਿਤ ਦੀਨ ਦਿਆਲ ਉਪਾਧਿਆ ਜੰਕਸ਼ਨ ਸੀ, ਇਹ ਆਪਣੇ ਏਸ਼ੀਆ ਦਾ 7 ਕੰਟੀਨੈਂਟ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਮਹਾਦੀਪ ਜਿਹੜਾ ਆਪਣਾ ਏਸ਼ੀਆ ਮਹਾਦੀਪ ਆ, ਇਹ ਸਭ ਤੋਂ ਲਾਰਜੈਸਟ ਆ। ਔਰ ਇਹਦੇ ਵਿੱਚ ਜਿਹੜਾ ਆਪਣੇ ਕੋਲੇ ਪੰਡਿਤ ਦੀਨ ਦਿਆਲ ਉਪਾਧਿਆ ਜੰਕਸ਼ਨ ਆ, ਇਹਦਾ ਜਿਹੜਾ ਮਾਰਸ਼ਲਿੰਗ ਯਾਰਡ ਆ ਉਹ ਸਭ ਤੋਂ ਏਸ਼ੀਆ ਦੇ ਵਿੱਚ ਸਭ ਤੋਂ ਲਾਰਜੈਸਟ ਆ। ਔਰ ਇਹਦੇ ਬਾਰੇ ਇੱਕ ਇੰਪੋਰਟੈਂਟ ਪੁਆਇੰਟ ਕੀ ਆ, ਹੁਣ ਆਪਾਂ ਇਹਨੂੰ ਮੁਗਲ ਸਰਾਏ ਨਹੀਂ ਕਹਿੰਦੇ, ਹੁਣ ਇਹਨੂੰ ਆਪਾਂ ਕੀ ਕਹਿੰਦੇ ਆ, ਪੰਡਿਤ ਦੀਨ ਦਿਆਲ ਉਪਾਧਿਆ ਜੰਕਸ਼ਨ ਕਹਿੰਦੇ ਆ। ਔਰ ਇਹ ਬਰਥ ਪਲੇਸ ਆ ਆਪਣੇ ਫਾਰਮਰ PM ਲਾਲ ਬਹਾਦਰ ਸ਼ਾਸਤਰੀ ਜੀ, ਜਿਹੜੇ ਕਿ ਆਪਣੇ ਦੇਸ਼ ਦੇ ਕੀ ਰਹੇ ਨੇ, ਪ੍ਰਾਈਮ ਮਿਨਿਸਟਰ ਰਹੇ ਨੇ। ਇੱਥੋਂ ਤੱਕ ਕਲੀਅਰ ਆ। ਹੁਣ ਦੇਖੋ, ਆਪਾਂ ਗੱਲ ਕਰਦੇ ਹਾਂ ਵੀ ਜੇ ਆਪਾਂ ਰੇਲਵੇ ਸਟੇਸ਼ਨ ਦੀ ਗੱਲ ਕਰੀਏ, ਪਹਿਲਾਂ ਰੇਲਵੇ ਸਟੇਸ਼ਨ ਦਾ ਨਾਮ ਚੇਂਜ ਕਰਨਾ ਤਾਂ ਉਹਦੇ ਲਈ ਕੀ ਹੁੰਦਾ, ਉਹਦੇ ਲਈ ਜਿਹੜੀ ਸਭ ਤੋਂ ਨੋਡਲ ਏਜੰਸੀ ਹੁੰਦੀ ਆ ਉਹ ਕਿਹੜੀ ਹੁੰਦੀ ਆ ਆਪਣੇ ਕੋਲੇ, ਮਿਨਿਸਟਰੀ ਆਫ ਹੋਮ ਅਫੇਅਰਸ। ਇਹਦੇ ਵਿੱਚ ਕੀ ਹੁੰਦਾ, ਇਫ ਐਨੀ ਸਟੇਟ ਵਾਂਟਸ ਟੂ ਚੇਂਜ ਨੇਮ ਔਰ ਡਿਸਟ੍ਰਿਕਟ ਔਰ ਆ ਰੇਲਵੇ ਸਟੇਸ਼ਨ, ਮਤਲਬ ਕਿਸੇ ਰੇਲਵੇ ਸਟੇਸ਼ਨ ਦਾ ਨਾਮ ਚੇਂਜ ਕਰਨਾ ਚਾਹੁੰਦੀ ਆ ਤਾਂ ਠੀਕ ਆ, ਪਹਿਲਾਂ ਤਾਂ ਸਟੇਟ ਹੀ ਚਾਹੂਗੀ ਨਾ ਕਿਸੇ ਜ਼ਿਲ੍ਹੇ ਦਾ ਨਾਮ ਚੇਂਜ ਕਰਨਾ, ਰੇਲਵੇ ਸਟੇਸ਼ਨ ਦਾ ਨਾਮ ਚੇਂਜ ਕਰਨਾ, ਤਾਂ ਉਹ ਰਿਕੁਐਸਟ ਪਾਉਂਦੀ ਆ ਬਾਕੀ ਡਿਪਾਰਟਮੈਂਟਸ ਨੂੰ। ਠੀਕ ਆ, ਜਿਵੇਂ ਕਿ ਹੋਰ ਏਜੰਸੀਆਂ ਹੋ ਗਈਆਂ ਤਾਂ ਮਿਨਿਸਟਰੀ ਆਫ ਅਰਥ ਨੂੰ ਪਾਇਆ ਜਾਂਦਾ, ਇੰਟੈਲੀਜੈਂਸ ਬਿਊਰੋ ਨੂੰ ਪਾਇਆ ਜਾਂਦਾ, ਡਿਪਾਰਟਮੈਂਟ ਆਫ ਪੋਸਟਸ ਨੂੰ ਪਾਇਆ ਜਾਂਦਾ, ਜੀਓਗ੍ਰਾਫੀਕਲ ਸਰਵੇ ਆਫ ਇੰਡੀਆ ਇਹਨਾਂ ਨੂੰ ਪਾਇਆ ਜਾਂਦਾ, ਐਂਡ ਮਿਨਿਸਟਰੀ ਆਫ ਰੇਲਵੇ। ਜਦੋਂ ਮਿਨਿਸਟਰੀ ਆਫ ਰੇਲਵੇ ਇਹਨਾਂ ਨੂੰ NOC ਮਤਲਬ ਇਸ਼ੂ ਕਰ ਦਿੰਦੀ ਆ, ਗ੍ਰਾਂਟ ਕਰ ਦਿੰਦੀ ਆ, ਫਿਰ ਇਹ ਤੋਂ ਬਾਅਦ 'ਚ ਹੋਮ ਮਿਨਿਸਟਰੀ ਆ ਜਿਹੜੀ ਇਹ ਇਹਨਾਂ ਨੂੰ ਕੀ ਕਰ ਦਿੰਦੀ ਆ, ਕਲੀਅਰ ਕਰ ਦਿੰਦੀ ਆ ਵੀ ਹਾਂ ਹੁਣ ਤੁਸੀਂ ਨੇਮ ਚੇਂਜ ਕਰ ਸਕਦੇ ਹੋ। ਤਾਂ ਰੇਲਵੇ ਸਟੇਸ਼ਨ ਦਾ ਨਾਮ ਚੇਂਜ ਕਰਨ ਦੇ ਲਈ ਪ੍ਰੋਸੈਸ ਥੋੜ੍ਹਾ ਵੱਖਰਾ ਹੈਗਾ, ਕਿਉਂਕਿ ਇਹਦੇ 'ਚ ਸਾਨੂੰ ਮਿਨਿਸਟਰੀ ਆਫ ਅਰਥ ਸਾਇੰਸ ਨਾਲ ਵੀ ਕੰਟੈਕਟ ਕਰਨਾ ਪੈਂਦਾ, ਇੰਟੈਲੀਜੈਂਸ ਬਿਊਰੋ ਨਾਲ ਵੀ ਕਰਨਾ ਪੈਂਦਾ, ਡਿਪਾਰਟਮੈਂਟ ਆਫ ਪੋਸਟ ਨਾਲ ਵੀ ਕਰਨਾ ਪੈਂਦਾ, ਜੀਓਗ੍ਰਾਫੀਕਲ ਸਰਵੇ ਆਫ ਇੰਡੀਆ ਨਾਲ ਵੀ ਕਰਨਾ ਪੈਂਦਾ। ਔਰ ਜਦੋਂ ਸਾਨੂੰ ਮਿਨਿਸਟਰੀ ਆਫ ਰੇਲਵੇ ਤੋਂ ਅਪਰੂਵਲ ਮਿਲਦਾ, NOC ਮਿਲਦੀ ਆ, ਤਾਂ ਦੈਨ ਜਾ ਕੇ ਹੋਮ ਅਫੇਅਰਸ ਮਿਨਿਸਟਰੀ ਆ ਉਹ ਨੋਡਲ ਏਜੰਸੀ ਕਿਹੜੀ ਹੁੰਦੀ ਆ ਜਾਂ ਮਿਨਿਸਟਰੀ ਹੁੰਦੀ ਆ, ਉਹ ਵਾਲੀ ਹੁੰਦੀ ਆ ਜਿਹੜੀ ਸਭ ਤੋਂ ਮਤਲਬ ਫਾਈਨਲ ਡਿਸੀਜਨ ਹੁੰਦਾ ਨਾ, ਜਿਹਦਾ ਸਭ ਤੋਂ ਐਂਡ ਤੇ ਬੈਠੀ ਆ, ਤਾਂ ਉਹਦਾ ਹੁੰਦਾ ਆਪਣੇ ਕੋਲੇ ਕਿਹੜੀ ਮਿਨਿਸਟਰੀ, ਨੋਡਲ। ਹੁਣ ਆਪਾਂ ਪੰਜਾਬ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ, ਜਿਵੇਂ ਆਪਣੇ ਇੱਕ ਮਲੇਰਕੋਟਲਾ ਹੁਣੇ ਇਹ ਤਾਂ ਜ਼ਿਲ੍ਹਾ ਹੀ ਬਣਿਆ ਨਵਾਂ,
ਤਾਂ ਦੇਖੋ 17 ਗਵਰਨਮੈਂਟ ਸਕੂਲ ਸੀ ਜਿਹੜੇ ਪਿੱਛੇ ਦੀ ਗੱਲ ਆ, ਥੋੜਾ ਜਿਹਾ ਆਪਾਂ ਪੰਜਾਬ ਦੇ ਬੈਕਗਰਾਉਂਡ ਤੋਂ ਝਾਤ ਮਾਰ ਰਹੇ ਹਾਂ, ਪਿਛਲੇ 5-10 ਸਾਲਾਂ ਦੀ ਗੱਲ ਆ। 17 ਗਵਰਨਮੈਂਟ ਸਕੂਲਸ ਇਨ ਪੰਜਾਬ, ਮਤਲਬ 17 ਸਕੂਲਾਂ ਦੇ ਨਾਮ ਬਦਲੇ ਨੇ ਆਪਣੇ ਕੋਲੇ। ਸੰਗਰੂਰ ਦੇ ਵਿੱਚ ਸੀਗੇ, ਜਲੰਧਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਐਸਵੀਐਸ ਨਗਰ, ਤਰਨਤਾਰਨ, ਅੰਮ੍ਰਿਤਸਰ, ਐਸਏਐਸ ਨਗਰ ਐਂਡ ਫਤਿਹਗੜ੍ਹ ਸਾਹਿਬ ਹੈਵ ਬੀਨ ਰੀਨੇਮਡ ਆਫਟਰ ਫਰੀडम ਫਾਈਟਰਸ। ਹੁਣ ਆ ਤਾਂ ਰਹੀ ਖਬਰ ਦੀ ਗੱਲ ਵੀ ਇਹਨਾਂ ਨੇ ਇੱਥੇ ਫਰੀडम ਫਾਈਟਰ ਦੇ ਨੇਮ ਤੇ ਸਕੂਲਾਂ ਦੇ ਨੇਮ ਚੇਂਜ ਕੀਤੇ। ਹੁਣ ਤੁਸੀਂ ਇਹਨਾਂ ਦੇ ਵਿੱਚੋਂ ਕੁਝ ਕੁ ਨਾਮ ਨੇ ਉਹ ਜਿਹੜੇ ਧਿਆਨ ਨਾਲ ਦੇਖੋ, ਜਿਵੇਂ ਆਪਾਂ ਦੇਖਿਆ ਐਸਵੀਐਸ ਨਗਰ ਇੱਕ, ਫਿਰ ਆਪਾਂ ਦੇਖਦੇ ਹਾਂ ਇੱਥੇ ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਠੀਕ ਆ। ਤਾਂ ਇਹ ਸੀਗੇ ਆਪਣੇ ਸਕੂਲਾਂ ਦੇ ਨਾਮ, ਤੁਸੀਂ ਨੈਟ ਤੇ ਕੱਢ ਸਕਦੇ ਹੋ। ਵੈਸੇ ਸਕੂਲਾਂ ਦੇ ਨਾਮ ਨਹੀਂ ਆਉਂਦੇ, ਇਹ ਤਾਂ ਤੁਹਾਨੂੰ ਮੈਂ ਵੈਸੇ ਦੱਸਿਆ ਵੀ ਆਪਾਂ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਆਪਣੇ ਆ ਨਾਮ ਵਗੈਰਾ ਜਿਹੜੀ ਵੀ ਚੀਜ਼ ਦੇ ਬਦਲੇ ਸੀ, ਤਾਂ ਆਪਾਂ ਇਹ ਤਾਂ ਕਰਕੇ ਇੱਥੇ ਗੱਲ ਕਰੀਏ ਇਹਨਾਂ ਬਾਰੇ। ਹੁਣ ਦੇਖੋ ਆਪਣੇ ਪੰਜਾਬ ਦੇ ਵਿੱਚ ਇੱਕ ਆਰਟੀਕਲ ਛਪਿਆ ਸੀਗਾ ਪਿੱਛੇ 2015-16 ਦੇ ਇਰਦ-ਗਿਰਦ ਛਪਿਆ ਸੀ। ਤਾਂ ਉੱਥੇ 6 ਸ਼ਹਿਰ ਨੇ ਆਪਣੇ, ਐਂਡ ਟਾਊਨ ਲਾ ਲਓ, ਸ਼ਹਿਰ ਲਾ ਲਓ, ਉਹਨਾਂ ਦੇ ਨੇਮ ਚੇਂਜ ਹੋ ਗਏ, ਬਟ ਓਲਡ ਨੇਮ ਨੇ ਜਿਹੜੇ ਉਹ ਹਜੇ ਵੀ ਚਰਚਾ ਦੇ ਵਿੱਚ ਚੱਲਦੇ ਨੇ, ਠੀਕ ਆ। ਜਿਵੇਂ ਰੋਪੜ ਆ, ਹੁਣ ਆਪਾਂ ਸਾਰੇ ਅਕਸਰ ਉਹਨੂੰ ਰੋਪੜ ਬੋਲਦੇ ਹਾਂ, ਪਰ ਉਹਦਾ ਨੇਮ ਰੱਖਤਾ ਰੂਪਨਗਰ, ਠੀਕ ਆ। 1970 ਦਾ ਨਾਮ ਚੇਂਜ ਹੋਇਆ ਉਹਦਾ ਰੂਪਨਗਰ, ਪਰ ਉਹਨੂੰ ਜਾਣਿਆ ਕਿਹਦੇ ਨਾਮ ਨਾਲ ਜਾਂਦਾ? ਰੋਪੜ ਦੇ ਨਾਮ ਨਾਲ ਜਾਣਿਆ ਜਾਂਦਾ। ਪਰ ਕਈ ਵਾਰ ਜੋ ਕੋਈ ਬਾਹਰ ਤੋਂ ਆਉਂਦਾ, ਜਾਂ ਆਪਣੇ ਪੰਜਾਬ ਦੇ ਵੀ ਤਕਰੀਬਨ 90% ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਹਜੇ ਇਹ ਮਤਲਬ ਕਿ ਰੂਪਨਗਰ ਨਾਮ ਲੈਂਦੇ ਆ, ਠੀਕ ਆ। ਸੌਰੀ, ਰੂਪਨਗਰ ਨਾਮ ਜਿਹੜੇ ਨਹੀਂ ਲੈਂਦੇ ਉਹ ਰੋਪੜ ਹੀ ਕਹਿੰਦੇ ਆ ਇਹਨੂੰ, ਠੀਕ ਆ। ਤਾਂ ਬਾਹਰਲਿਆਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਮਤਲਬ ਰੋਪੜ ਤੋਂ ਹੁਣ ਰੂਪਨਗਰ ਹੋ ਗਿਆ, ਉਹ ਸਮਝਦੇ ਆ ਵੀ ਇਹ ਦੋਨੋਂ ਅਲੱਗ-ਅਲੱਗ ਚੀਜ਼ ਆ, ਅਲੱਗ-ਅਲੱਗ ਥਾਵਾਂ ਨੇ। ਮੋਹਾਲੀ ਚੇਂਜ ਕਰਤਾ 1970 ਦੇ ਵਿੱਚ, 1970 'ਚ ਇਹ ਹੋਇਆ, ਇਹ ਵੀ 1970 'ਚ ਹੋਇਆ ਸੀ। ਇਹਦਾ ਨਾਮ ਬਦਲ ਕੇ ਮੋਹਾਲੀ ਦਾ ਕੀਤਾ, ਜਿਹਨੂੰ ਆਪਾਂ ਐਸਏਐਸ ਨਗਰ ਕਹਿੰਦੇ ਆ, ਜਾਣੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਕਿਵੇਂ ਰੱਖਿਆ? ਮਤਲਬ ਕਿ ਜੋ ਆਪਣੇ 10ਵੇਂ ਗੁਰੂ ਸੀਗੇ ਗੁਰੂ ਗੋਬਿੰਦ ਸਿੰਘ ਜੀ, ਤਾਂ ਉਹਨਾਂ ਦੇ ਜਿਹੜੇ ਐਲਡੈਸਟ ਸਨ ਸੀਗੇ ਉਹਨਾਂ ਦੇ ਨਾਮ ਤੇ ਰੱਖਿਆ। ਪਰ ਇੱਥੇ ਵੀ ਥੋੜੀ ਜਿਹੀ ਕੀ ਕਨਫਿਊਜ਼ਨ ਹੁੰਦੀ ਆ, ਪਰ ਜਿਹੜਾ ਇੱਥੋਂ ਦਾ 에ਅਰਪੋਰਟ ਆ, ਜਿਹੜਾ ਮੋਹਾਲੀ ਦਾ ਜਾਂ ਐਸਏਐਸ ਨਗਰ ਦਾ 에ਅਰਪੋਰਟ ਆ, ਉਹਨੂੰ ਕਿਹਾ ਜਾਂਦਾ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ, ਜੇ ਉਹਨੂੰ ਐਸਏਐਸ ਨਗਰ ਔਰ ਜਾਂ ਅਜੀਤਗੜ੍ਹ 에ਅਰਪੋਰਟ ਨਹੀਂ ਕਹਿੰਦੇ, ਠੀਕ ਆ। ਤਾਂ ਮੋਹਾਲੀ ਨਾਮ ਉਹਦਾ ਚੇਂਜ 1970 ਦਾ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਰ ਅਕਸਰ ਉਹਨੂੰ ਆਪਾਂ ਮੋਹਾਲੀ ਬੋਲਦੇ ਹਾਂ, ਆਮ ਬੋਲ ਚਾਲ ਦੇ ਵਿੱਚ ਮੋਹਾਲੀ ਬੋਲਦੇ ਹਾਂ। ਉੱਥੋਂ ਦਾ ਜਿਹੜਾ 에ਅਰਪੋਰਟ ਆ ਉਹਦਾ ਨਾਮ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ ਆ। ਜੇ ਆਪਾਂ ਗੱਲ ਕਰੀਏ ਤੀਸਰੇ ਦੀ, ਤਾਂ ਨਵਾਂ ਸ਼ਹਿਰ ਚੇਂਜ ਕਰਤਾ ਸੀ ਸ਼ਹੀਦ ਭਗਤ ਸਿੰਘ ਨਗਰ, ਜਾਣੀ ਕਿ ਨਵੇਂ ਸ਼ਹਿਰ ਦਾ ਨਾਮ ਹੈ SBS, SAS ਹੈਗਾ ਸਾਡੇ ਕੋਲੇ ਮੋਹਾਲੀ ਦਾ, ਤਾਂ SBS ਨਗਰ ਕਿਹਦਾ ਹੈਗਾ ਸਾਡੇ ਕੋਲ? ਨਵਾਂ ਸ਼ਹਿਰ ਦਾ। ਇਹਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਕਰਤਾ ਸੀਗਾ, ਠੀਕ ਆ। ਤਾਂ ਪਰ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਇਹਨੂੰ ਅਕਸਰ ਨਵਾਂ ਸ਼ਹਿਰ ਹੀ ਕਿਹਾ ਜਾਂਦਾ, ਜਾਂ ਆਪਾਂ ਬੱਸਾਂ ਵਗੈਰਾ ਤੇ ਦੇਖੀਏ ਤਾਂ ਉੱਥੇ ਵੀ ਅਕਸਰ ਇਹੀ ਲਿਖਿਆ ਜਾਂਦਾ, ਓਕੇ। ਇਹ ਤੋਂ ਬਾਅਦ ਆਪਾਂ ਦੇਖਦੇ ਹਾਂ ਸੁਨਾਮ ਦੀ ਗੱਲ ਕਰਦੇ ਹਾਂ। ਹੁਣ ਸੁਨਾਮ ਦਾ ਨੇਮ ਬਦਲਿਆ ਇਹਨਾਂ ਨੇ, ਸੁਨਾਮ ਊਧਮ ਸਿੰਘ ਵਾਲਾ। ਸੁਨਾਮ ਦਾ ਹੁਣ ਨਾਮ ਕੀ ਚੇਂਜ ਕੀਤਾ ਹੋਇਆ? ਊਧਮ ਸਿੰਘ ਵਾਲਾ, ਪਰ ਇਹਨੂੰ ਅਕਸਰ ਕੀ ਕਿਹਾ ਜਾਂਦਾ? ਆਪਾਂ ਇਕੱਲੇ ਸੁਨਾਮ ਨਾਲ ਹੀ ਜਾਣਦੇ ਹਾਂ। ਹੁਣ ਊਧਮ ਸਿੰਘ ਦੇ ਬਾਰੇ ਕੌਣ ਸੀ? ਊਧਮ ਸਿੰਘ ਉਹ ਸੀ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਗਵਰਨਰ ਮਾਈਕਲ ਐਡਵਾਇਰ ਟੂ ਅਵੈਂਜ ਜਲਿਆਂਵਾਲਾ ਬਾਗ ਮੈਸਕੇਅਰ, ਇਹਦੇ ਲਈ ਉਹਨਾਂ ਦਾ ਮਤਲਬ ਕਿ ਕਤਲ ਕਰਤਾ ਸੀ, ਠੀਕ ਆ। ਤਾਂ ਤੀਸਰੀ ਆਪਾਂ ਚੌਥੀ ਗੱਲ ਕਰਦੇ ਹਾਂ ਆਨੰਦਪੁਰ ਸਾਹਿਬ ਦੀ। ਆਨੰਦਪੁਰ ਸਾਹਿਬ ਵਾਜ ਫਾਊਂਡੇਸ਼ਨ ਪਲੇਸ ਆਫ ਖਾਲਸਾ। ਖਾਲਸੇ ਦੀ ਇਹ ਕਿਹੜੀ ਪਲੇਸ ਆ? ਫਾਊਂਡੇਸ਼ਨ ਪਲੇਸ ਆ, ਕਿਉਂਕਿ ਇੱਥੇ ਗੁਰੂ ਸਾਹਿਬਾਨ ਨੇ ਆਪਣੇ 10ਵੇਂ ਗੁਰੂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆ। ਤਾਂ ਇਹਦਾ ਨਾਮ ਇਹਨਾਂ ਨੇ ਇਹਦੇ ਮੂਹਰੇ ਸ੍ਰੀ ਲਾਤਾ ਸੀਗਾ, ਸ੍ਰੀ ਆਨੰਦਪੁਰ ਸਾਹਿਬ। ਜਦੋਂ ਫਾਊਂਡੇਸ਼ਨ ਐਨਵਰਸਰੀ ਚੱਲ ਰਹੀ ਸੀ ਸਾਡੇ, ਫਾਰਮਰ ਤਾਂ ਸੀ, ਕਿਹਨੇ ਨੇਮ ਚੇਂਜ ਕੀਤਾ ਸੀ? ਪ੍ਰਕਾਸ਼ ਸਿੰਘ ਬਾਦਲ ਨੇ 2015 ਦੇ ਵਿੱਚ। ਪਰ ਆਪਾਂ ਇਹਨੂੰ ਆਨੰਦਪੁਰ ਸਾਹਿਬ ਹੀ ਕਹਿੰਦੇ ਆ, ਪਰ ਜਦ ਕਿ ਇਹਦਾ ਨਾਮ ਮੂਹਰੇ ਫਿਕਸ ਹੋ ਗਿਆ ਸ੍ਰੀ ਆਨੰਦਪੁਰ ਸਾਹਿਬ। ਬੋਲਣ ਦੇ ਵਿੱਚ ਤਾਂ ਆਪਾਂ ਸ੍ਰੀ ਆਨੰਦਪੁਰ ਸਾਹਿਬ ਕਹਿ ਦਿੰਦੇ ਆ, ਪਰ ਲਿਖਣ ਦੇ ਵਿੱਚ ਸ੍ਰੀ ਆਪਾਂ ਬਹੁਤ ਰੇਅਰ ਹੀ ਕੋਈ ਯੂਜ਼ ਕਰਦਾ ਹੋਣਾ, ਠੀਕ ਆ। ਬਾਕੀ ਹੋਰ ਪਲੇਸਿਸ ਆਹ ਵਾਲੀਆਂ ਨੇ, ਜਿਵੇਂ ਗੁਰੂਗਾਉਂ ਟੂ ਗੁਰੂਗ੍ਰਾਮ, ਇੰਪੋਰਟੈਂਟ ਜੀਆਂ ਨੇ ਜਿਹੜੀਆਂ ਮਤਲਬ ਕਿ ਚੇਂਜ ਹੋਈਆਂ ਸੀ। ਗੁਰੂਗ੍ਰਾਮ ਇਹ ਕਿਹਦਾ ਨਾਮ ਸੀ? ਗੁਰਗਾਉਂ ਦਾ। ਬੈਂਗਲੂਰੇ ਟੂ ਬੈਂਗਲੁਰੂ ਬਣ ਗਿਆ, ਬੰਬੇ ਟੂ ਮੁੰਬਈ ਬਣ ਗਿਆ, ਕਲਕੱਤਾ ਟੂ ਕੋਲਕਾਤਾ ਬਣ ਗਿਆ, ਮਦਰਾਸ ਤੋਂ ਚੇਨਈ ਬਣ ਗਿਆ, ਠੀਕ ਆ। ਤ੍ਰਿਵੰਦਰਮ ਤੋਂ ਥਿਰੂਵਨੰਤਮਪੁਰਮ ਬਣ ਗਿਆ, ਕੋਚੀਨ ਟੂ ਕੋਚੀ, ਠੀਕ ਆ। ਜਾਨੀ ਕਿ ਇਹਨੂੰ ਆਹ ਇੰਪੋਰਟੈਂਟ ਆ, ਇਹਨੂੰ ਆਪਾਂ ਨੋਨ ਐਜ਼ ਕੁਈਨ ਆਫ ਅਰੇਬੀਅਨ ਸੀ। ਅਰੇਬੀਅਨ ਸੀ ਦੀ ਕੁਈਨ ਕਿਹਨੂੰ ਕਹਿੰਦੇ ਆ ਅਸੀਂ? ਕੋਚੀ ਨੂੰ, ਕੋਚੀਨ ਬੰਦਰਗਾਹ, ਓਕੇ। ਤਾਂ ਇਹ ਸੀ ਅੱਜ ਦਾ ਆਪਣਾ ਟੌਪਿਕ। ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਸੰਵਿਧਾਨ ਦੇ ਪਾਰਟ 1, ਔਰ ਇਹਦੇ 'ਚ ਆਰਟੀਕਲ ਆਉਂਦੇ ਨੇ 1 ਤੋਂ ਲੈ ਕੇ 4 ਤੱਕ।
ਠੀਕ ਆ। ਤਾਂ ਇਹ ਸਭ ਤੋਂ ਪਹਿਲਾਂ ਇਹਦਾ ਨਾਮ ਹੈ ਸਾਡੇ ਕੋਲੇ ਯੂਨੀਅਨ ਐਂਡ ਇਟ ਇਜ਼ ਟੈਰੀਟਰੀ, ਮਤਲਬ ਕਿ ਜਿੰਨੀ ਆਪਣੇ ਕੋਲੇ ਯੂਟੀ ਵਗੈਰਾ ਨੇ, ਤਾਂ ਇਹ ਸਾਰੀਆਂ ਆਪਾਂ ਇਹਦੇ 'ਚ ਦੇਖਾਂਗੇ। ਤਾਂ ਪਾਰਟ 1 ਦੀ ਹੁਣ ਗੱਲ ਕਰਨੀ ਆ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਵੀ ਆਪਣੇ ਕੋਲੇ ਆਰਟੀਕਲ, ਜਿਹੜਾ ਆਰਟੀਕਲ ਨੰਬਰ ਆਪਣੇ ਕੋਲੇ ਕਿੰਨਾ ਹੈਗਾ, ਆਰਟੀਕਲ ਨੰਬਰ 1। ਚਲੋ ਪਿੰਕ ਚੇਂਜ ਕਰ ਲਈਏ। ਜਿਹੜਾ ਆਪਣੇ ਕੋਲੇ ਆਰਟੀਕਲ ਨੰਬਰ 1 ਆ, ਇਹਦੇ 'ਚ ਆਪਣੇ ਕੋਲੇ ਕਹਿੰਦਾ ਇਹ ਇੰਡੀਆ ਦੈਟ ਇਜ਼ ਭਾਰਤ। ਤਾਂ ਮਤਲਬ ਇਹ ਕੀ ਨਾਮ ਕਹਿੰਦਾ, ਇੰਡੀਆ ਵੀ ਕਹਿੰਦਾ, ਦੈਟ ਇਜ਼ ਭਾਰਤ। ਤਾਂ ਹੁਣ ਦੋ ਨਾਮ ਹੋ ਗਏ ਆਪਣੇ ਕੋਲੇ, ਠੀਕ ਆ। ਤਾਂ ਇਹਦੇ 'ਚ ਇਹ ਤਾਂ ਹੋ ਗਿਆ ਆਪਣੇ ਨਾਮ ਦੇ ਬਾਰੇ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਵੀ ਨਾਮ ਕਿਹੜੇ ਕਿਹੜੇ ਆਪਣੇ ਕਨਸਟੀਟਿਊਸ਼ਨ 'ਚ ਨੇ, ਤਾਂ ਇੰਡੀਆ ਵੀ ਹੈ ਆਪਣੇ ਕੋਲੇ, ਭਾਰਤ ਵੀ ਹੈ, ਦੋਨੋਂ ਨੇ। ਇਹਨਾਂ ਨੇ ਕਿਹਾ ਵੀ ਇੰਡੀਆ ਦੈਟ ਇਜ਼ ਭਾਰਤ। ਤਾਂ ਇਹਦੇ ਵਿੱਚ ਆਪਣੇ ਜਿਹੜੇ ਦੇਸ਼ ਨੂੰ ਇਹਨਾਂ ਨੇ ਲਿਖਿਆ, ਇਹ ਲਿਖਿਆ ਰਾਜੇ ਆਪਣੇ ਦੇਸ਼ ਨੂੰ ਆਪਣੇ ਨੂੰ ਕੀ ਲਿਖਿਆ, ਯੂਨੀਅਨ ਆਫ ਸਟੇਟਸ। ਕੀ ਲਿਖਿਆ, ਯੂਨੀਅਨ ਆਫ ਸਟੇਟਸ, ਨਾ ਕਿ ਇਹਨੂੰ ਲਿਖਿਆ ਫੈਡਰੇਸ਼ਨ ਆਫ ਸਟੇਟਸ। ਆ ਤੁਸੀਂ ਪਹਿਲਾਂ ਇੰਨਾ ਦੇਖੋ ਵੀ ਆਰਟੀਕਲ 1 ਕੀ ਕਹਿੰਦਾ, ਇੰਡੀਆ ਦੈਟ ਇਜ਼ ਭਾਰਤ, ਔਰ ਯੂਨੀਅਨ ਆਫ ਸਟੇਟਸ ਆਪਣੇ ਸੰਵਿਧਾਨ ਦੇ ਵਿੱਚ ਆਪਣੀ ਕੰਟਰੀ ਨੂੰ ਕੀ ਲਿਖਿਆ, ਜਦੋਂ ਇਹਨੂੰ ਡਿਫਾਈਨ ਕਰ ਰਹੇ ਆ ਉਹ ਯੂਨੀਅਨ ਆਫ ਸਟੇਟਸ ਆ, ਇਹ ਮਤਲਬ ਸਟੇਟਾਂ ਦਾ ਸੰਘ ਆ, ਨਾ ਕਿ ਫੈਡਰੇਸ਼ਨ ਆਫ ਸਟੇਟਸ ਆ। ਕਲੀਅਰ ਆ। ਬਾਕੀ ਆਰਟੀਕਲ ਜਿਹੜਾ 1 ਆ, ਇਹ ਸਾਡੇ ਕੋਲੇ ਡੀਲ ਕਰਦਾ ਦੋ ਗੱਲਾਂ ਨਾਲ। ਆਰਟੀਕਲ ਹੋਰ ਦੋ ਗੱਲਾਂ ਨਾਲ ਕੀ ਕਰਦਾ, ਇਹ ਡੀਲ ਕਰਦਾ। ਔਰ ਆਪਾਂ ਇੱਥੇ ਲਿਖਦੇ ਹਾਂ, ਪਹਿਲਾਂ ਤਾਂ ਨੇਮ ਕੰਟਰੀ, ਕਾਹਦੇ ਬਾਰੇ ਹੋ ਗਿਆ, ਆਪਣੇ ਨੇਮ ਦੇ ਬਾਰੇ। ਦੂਸਰਾ ਇਹ ਕਹਿੰਦਾ ਵੀ ਇੱਥੇ 2 ਟਾਈਪ ਆਫ ਪੋਲਿਟੀ, ਮਤਲਬ ਸਾਡੇ ਕੋਲੇ ਪੋਲਿਟੀ ਕਿੰਨੇ ਤਰ੍ਹਾਂ ਦੀ ਹੈ, ਇੱਥੇ 2 ਤਰ੍ਹਾਂ ਦੀ ਆ। ਠੀਕ ਆ, ਮਤਲਬ ਨਾਲ ਦੀ ਨਾਲ ਤੁਸੀਂ ਨੋਟ ਕਰਦੇ ਜਾਣਾ, ਫਿਰ ਕਨਫਿਊਜ਼ ਹੋ ਜਾਣਾ ਵੀ ਕੀ ਹੋਇਆ। ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਇੰਡੀਆ ਅਤੇ ਭਾਰਤ ਦੇ ਬਾਰੇ। ਜਦੋਂ ਇਹਨਾਂ ਦਾ ਨਾਮ ਰੱਖਿਆ ਜਾ ਰਿਹਾ ਸੀ ਤਾਂ ਆਪਣੀ ਅਸੈਂਬਲੀ ਦੇ ਵਿੱਚ ਉਹਨਾਂ ਦੇ ਵਿੱਚ ਇੰਟੀਗ੍ਰਿਟੀ ਨਹੀਂ ਸੀ, ਮਤਲਬ ਇਕਾਗਰਤਾ ਨਹੀਂ ਸੀ। ਕੋਈ ਕਹਿੰਦਾ ਸੀ ਸਾਡੇ ਟ੍ਰੈਡੀਸ਼ਨਲ ਨੇਮ ਭਾਰਤ ਹੋਣਾ ਚਾਹੀਦਾ, ਕੋਈ ਕਹਿ ਰਿਹਾ ਸੀ ਸਾਡੇ ਇੰਡੀਆ ਨੇਮ ਹੋਣਾ ਚਾਹੀਦਾ, ਕਿਉਂਕਿ ਬਾਹਰਲੀਆਂ ਕੰਟਰੀਆਂ ਦੇ ਨਾਲ ਜੋ ਵੀ ਆਪਣੀ ਸੰਧੀਆਂ ਹੋਈਆਂ ਨੇ ਉਹ ਇੰਡੀਆ ਦੇ ਨਾਮ ਤੇ ਹੋਈਆਂ ਨੇ। ਤਾਂ ਕਰਕੇ ਫਿਰ ਉਹਨਾਂ ਦੇ ਵਿੱਚ ਕਾਫੀ ਬਦਲਾਵ ਕਰਨੇ ਪੈਣੇ ਸੀ, ਵੀ ਸੰਵਿਧਾਨ ਤੇ ਬਣ ਹੀ ਰਿਹਾ। ਤਾਂ ਮਤਲਬ ਇੰਨੇ ਉਹਨਾਂ ਦੇ ਵਿੱਚ ਕਨਫਲਿਕਟ ਚੱਲਦਾ ਸੀ, ਤਾਂ ਉਹਨਾਂ ਨੇ ਕਿਹਾ ਵੀ ਆਪਾਂ ਇੰਡੀਆ ਨੂੰ ਐਵੇਂ ਹੀ ਰੱਖ ਦਿੰਦੇ ਹਾਂ, ਇੰਡੀਆ ਦੈਟ ਇਜ਼ ਭਾਰਤ, ਤਾਂ ਦੋਨੋਂ ਹੀ ਅਡੋਪਟ ਕਰ ਲਏ। ਬਾਕੀ ਇੱਥੇ ਆਪਣੇ ਯੂਨੀਅਨ ਕਿਹਾ, ਜਦ ਕਿ ਸੰਵਿਧਾਨ ਆਪਣਾ ਕਿਹੜਾ ਹੈਗਾ, ਸੰਵਿਧਾਨ ਦੀ ਆਪਾਂ ਗੱਲ ਕਰੀਏ, ਸੰਵਿਧਾਨ ਆਪਣਾ ਕਿਹੜੇ ਟਾਈਪ ਦਾ, ਫੈਡਰਲ ਟਾਈਪ ਦਾ। ਠੀਕ ਆ, ਪਰ ਆਪਣੇ ਕੋਲੇ ਜਿਹੜਾ ਇਹ ਦੇਸ਼ ਆ, ਇਹ ਕਿਹੜਾ ਹੈਗਾ ਆਪਣੇ ਕੋਲੇ, ਇਹ ਯੂਨੀਅਨ ਆ, ਇਹ ਸੰਘ ਆ। ਫੈਡਰਲ ਕਿਹੜਾ ਹੁੰਦਾ, ਜਿੱਥੇ ਮਤਲਬ ਕਿ ਪਾਵਰਾਂ ਅਲੱਗ-ਅਲੱਗ ਕਰਕੇ ਵਰਤਦੇ ਆ ਪੂਰੀਆਂ ਪ੍ਰੋਪਰ। ਠੀਕ ਆ, ਤਾਂ ਉਹ ਚੀਜ਼ ਹੁੰਦੀ ਆ, ਜਿਵੇਂ ਕਿ USA ਆ ਉਹ ਫੈਡਰਲ ਆ, ਪਰ ਆਪਣਾ ਇੰਡੀਆ ਕੀ ਆ, ਇਹ ਯੂਨੀਅਨ ਆ। ਤਾਂ ਯੂਨੀਅਨ ਆਫ ਸਟੇਟਸ ਰੱਖਿਆ ਆਪਣੇ ਕੰਟਰੀ ਦਾ ਨਾਂ। ਇਹਦੇ 'ਚ ਡਾਕਟਰ ਅੰਬੇਦਕਰ ਜੀ ਨੇ ਆਪਣੇ ਕੋਲੇ ਦਲੀਲ ਦਿੱਤੀ ਸੀ। ਉਹ ਕਹਿੰਦੇ ਵੀ ਜਿਹੜਾ ਇੰਡੀਆ, ਇਹ ਰਿਜ਼ਲਟ ਐਗਰੀਮੈਂਟ ਦਾ ਨਹੀਂ ਹੈਗਾ, ਜਿਵੇਂ ਕਿ USA ਦੇ ਵਿੱਚ ਹੁੰਦਾ। ਠੀਕ ਹੈ, ਅੰਬੇਦਕਰ ਨੇ ਆਪਣੇ ਇਹਦੇ ਬਾਰੇ ਕੀ ਕਿਹਾ, ਡਾਕਟਰ BR ਅੰਬੇਦਕਰ ਜੀ ਕਹਿੰਦੇ ਨੇ ਵੀ ਮਤਲਬ ਜਿਹੜਾ ਇੰਡੀਆ ਗਾ, ਨਾਟ ਅ ਰਿਜ਼ਲਟ ਆਫ ਐਗਰੀਮੈਂਟ। ਮਤਲਬ ਐਗਰੀਮੈਂਟ ਦਾ ਸਾਡੇ ਕੋਲੇ ਕਨਸੈਪਟ ਤਾਂ ਹੈ ਨਹੀਂ ਵੀ ਮਤਲਬ ਐਗਰੀਮੈਂਟ ਨਾਲ ਕੀਤਾ ਇਹ। ਜਿਵੇਂ ਕਿ USA ਦੇ ਵਿੱਚ ਐਗਰੀਮੈਂਟ ਹੁੰਦਾ ਤਾਂ ਉੱਥੇ ਸਟੇਟ ਚਾਹੇ ਤਾਂ ਵੱਖ ਹੋ ਸਕਦੀ ਹੈ ਐਗਰੀਮੈਂਟ ਤੋਂ ਬਾਅਦ। ਠੀਕ ਆ, ਪਰ ਆਪਣੇ ਇੱਥੇ ਐਡਮਿਨਿਸਟ੍ਰੇਸ਼ਨ ਦੇ ਲਈ ਆਪਣੀ ਸਟੇਟ ਸੁਤੰਤਰ ਆ, ਮਤਲਬ ਐਡਮਿਨਿਸਟ੍ਰੇਸ਼ਨ ਦੇ ਲਈ ਉਹਨੂੰ ਪਾਵਰ ਦਿੱਤੀ ਜਾਂਦੀ ਹੈ ਫੈਡਰਲ ਤੌਰ ਤਰੀਕੇ ਨਾਲ, ਪਰ ਉਹ ਇਹ ਨਹੀਂ ਹੈਗਾ ਵੀ ਆਪਣੇ ਕੋਲ ਇਹਦੇ ਤੋਂ ਵੱਖ ਹੋ ਜੇ। ਠੀਕ ਆ, ਤਾਂ ਆਰਟੀਕਲ 1 ਦੇ ਤਹਿਤ ਟੈਰੀਟਰੀ ਆ ਜਿਹੜੀ ਆਪਾਂ 3 ਭਾਗਾਂ ਦੇ ਵਿੱਚ ਡਿਵਾਈਡ ਕਰਦੇ ਹਾਂ। ਆਰਟੀਕਲ 1 ਦੇ ਵਿੱਚ ਪਹਿਲੀ ਤਾਂ ਆ ਜਾਂਦੀ ਹੈ ਆਪਣੇ ਕੋਲੇ ਜਿਹੜੀ ਸਟੇਟਸ ਦੀ ਆ, ਸਟੇਟਸ ਦਾ ਏਰੀਆ ਆ ਗਿਆ। ਫਿਰ ਸਟੇਟ ਤੋਂ ਬਾਅਦ ਸਾਡੇ ਕੋਲ ਕੀ ਹੁੰਦੀਆਂ ਨੇ, UT, ਜਿਹਨੂੰ ਆਪਾਂ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼ ਕਹਿੰਦੇ ਆ। ਫਿਰ ਤੀਜੇ ਨੰਬਰ ਤੇ ਸਾਡੇ ਕੋਲ ਕੀ ਆਉਂਦਾ, ਉਹ ਏਰੀਆ, ਉਹ ਟੈਰੀਟਰੀ ਕਹਿ ਲਓ ਤੁਸੀਂ, ਉਹ ਟੈਰੀਟਰੀ ਜਿਹੜੀ ਅਕਵਾਇਰ ਕਰਦੀ ਆ, ਅਕਵਾਇਰਡ ਬਾਏ ਗਵਰਨਮੈਂਟ ਆਫ ਇੰਡੀਆ ਐਟ ਐਨੀ ਟਾਈਮ। ਠੀਕ ਆ, ਹੁਣ ਆਪਣੀ ਕੰਟਰੀ ਸੋਵਰੀਅਨ ਆ, ਤਾਂ ਇਹ ਮਤਲਬ ਕਿਸੇ ਤੋਂ ਵੀ ਬਾਹਰ ਕੁਝ ਕਬਜ਼ਾ ਸਕਦੀ ਆ, ਤਾਂ ਆਪਦੇ ਆਪ 'ਚ ਫੈਸਲੇ ਲੈਣ 'ਚ ਕੀ ਆ, ਸੁਤੰਤਰ ਆ। ਜਿਹੜੇ ਆਪਣੇ ਰਾਜ ਨੇ ਉਹ ਫੈਡਰਲ ਸਿਸਟਮ ਦਾ ਪਾਰਟ ਨੇ ਤੇ ਕੇਂਦਰ ਨਾਲ ਸ਼ਕਤੀਆਂ ਸਾਂਝੀਆਂ ਕਰਦੇ ਨੇ। ਯੂਟੀ ਹੋਵੇ ਜਾਂ ਕੋਈ ਕਬਜ਼ਾਇਆ ਵਾ ਏਰੀਆ, ਆ ਤੁਸੀਂ ਨੋਟ ਕਰੋ ਵੀ ਚਾਹੇ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਚਾਹੇ ਕੋਈ ਕਬਜ਼ਾਇਆ ਵਾ ਖੇਤਰ ਆ, ਤਾਂ ਉਹਨਾਂ ਦੇ ਉੱਤੇ ਕੰਟਰੋਲ ਆ ਜਿਹੜਾ ਉਹ ਕੇਂਦਰ ਸਰਕਾਰ ਦਾ ਰਹਿਣਾ। ਹੁਣ ਇਸ ਤੋਂ ਬਾਅਦ ਭਾਰਤ ਆ ਜਿਹੜਾ ਸੋਵਰੀਅਨ ਸਟੇਟ ਆ, ਆਪਾਂ ਪਹਿਲਾਂ ਹੀ ਗੱਲ ਕਰ ਲਈ, ਤਾਂ ਇਹ ਕਿਸੇ ਵੀ ਟੈਰੀਟਰੀ ਨੂੰ ਕਬਜ਼ਾ ਸਕਦਾ
ਜਿਵੇਂ ਕਿ ਹੁਣ ਗੋਆ, ਦਮਨ ਦੀਊ, ਪੁਡੂਚੇਰੀ, ਸਿੱਕਮ, ਹਵੇਲੀ, ਠੀਕ ਆ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਇਹ ਬਾਅਦ ਦੇ ਵਿੱਚ ਹੀ ਐਡ ਕੀਤੀਆਂ ਨੇ, ਇਹ ਆਪਾਂ ਬਾਅਦ ਦੇ ਵਿੱਚ ਐਡ ਕਰੀਆਂ ਨੇ, ਪਹਿਲਾਂ ਤਾਂ ਆਪਣੇ ਕੋਲ ਹੈ ਨਹੀਂ ਸੀ, ਸੰਵਿਧਾਨ ਬਣਨ ਦੇ ਟਾਈਮ ਤਾਂ ਇਹ ਹੈ ਨਹੀਂ ਸੀ। ਜਿਵੇਂ ਕਿ ਆਪਣਾ ਆ ਸਿੱਕਮ ਆ ਜਿਹੜਾ, ਇਹ ਤਾਂ 1975 'ਚ ਰਲਿਆ, ਤਾਂ ਕਰਕੇ ਆਪਣੇ ਆਰਬੀਆਈ ਦਾ ਐਕਟ ਨਹੀਂ ਸੀ ਲੱਗਿਆ ਇਹਦੇ 'ਤੇ, ਠੀਕ ਆ, ਕਿਉਂਕਿ ਇੱਥੋਂ ਦਾ ਆਪਣਾ ਸਟੇਟ ਬੈਂਕ ਆਫ ਜਿਵੇਂ ਇੰਡੀਆ ਸੀ, ਤਾਂ ਇਹ ਸਾਰੇ ਆਰਬੀਆਈ, ਕਿਉਂਕਿ ਆਰਬੀਆਈ ਜਦੋਂ ਦਾ ਐਕਟ ਸੀ ਉਦੋਂ ਇਹ ਬਣਿਆ ਹੀ, ਇਹ ਤਾਂ ਬਾਅਦ ਦੇ ਵਿੱਚ ਹੈ ਨਾ, ਸਟੇਟ ਬਣੀ ਆ ਬਾਅਦ ਦੇ ਵਿੱਚ, ਤਾਂ ਇਹਦਾ ਬੈਂਕ ਅਲੱਗ ਤੋਂ ਸੀ। ਕਲੀਅਰ ਆ, ਇਹਨੂੰ ਤੁਸੀਂ ਨੋਟ ਕਰ ਲਓ। ਚਲੋ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ। ਆਪਣਾ ਆਰਟੀਕਲ 1 ਕਲੀਅਰ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਆਰਟੀਕਲ 2 ਦੀ। ਤਾਂ ਆਪਣੇ ਕੋਲੇ ਪਹਿਲੇ ਇਹਦੇ ਆਪਣੇ ਪਾਰਟ 1 ਦੇ ਆਰਟੀਕਲ ਨੰਬਰ 2 ਦੀ ਗੱਲ ਕਰਦੇ ਹਾਂ ਇੱਥੇ। ਤਾਂ ਤੁਸੀਂ ਦੇਖੋ ਇਹ ਕੀ ਕਰਦਾ, ਪਾਵਰ ਦਿੰਦਾ, ਪਾਵਰ ਟੂ ਪਾਰਲੀਮੈਂਟ। ਇਹ ਪਾਵਰ ਕਿਹਨੂੰ ਦਿੰਦਾ? ਪਾਰਲੀਮੈਂਟ ਨੂੰ ਪਾਵਰ ਦਿੰਦਾ। ਕਾਹਦੀ ਪਾਵਰ ਦਿੰਦਾ ਇਹ? ਮਤਲਬ ਐਡਮਿਸ਼ਨ ਕਰਨੀ ਆ ਜਾਂ ਆਪਾਂ ਕੋਈ ਸਟੇਟ ਬਣਾਉਣਾ ਤਾਂ ਉਹਦੇ ਲਈ। ਤਾਂ ਇਹਦੇ 'ਚ ਆਉਂਦੀ ਆ ਆਪਣੇ ਕੋਲੇ ਦੋ ਗੱਲਾਂ ਆਉਂਦੀਆਂ ਨੇ, ਆਪਾਂ ਪਹਿਲੀ ਹੀ ਲਿਖਦੇ ਹਾਂ ਇੱਥੇ, ਤੁਸੀਂ ਨਾਲ ਦੀ ਨਾਲ ਨੋਟ ਕਰ ਲਓ। ਪਹਿਲੀ ਲਿਖਦੇ ਹਾਂ ਦਾ ਪਾਵਰ ਟੂ ਐਡਮਿਟ ਇਨਟੂ ਦ ਯੂਨੀਅਨ ਆਫ ਇੰਡੀਆ, ਠੀਕ ਆ। ਤਾਂ ਕੋਈ ਨਵੀਂ ਸਟੇਟ ਆ, ਮਤਲਬ ਆਲਰੇਡੀ ਐਗਜ਼ਿਸਟ ਤਾਂ ਉਹ ਕਰਦੀ ਆ, ਉਹਨੂੰ ਆਪਾਂ ਸ਼ਾਮਲ ਕਰਨਾ ਇੰਡੀਆ ਦੇ ਵਿੱਚ। ਤਾਂ ਪਹਿਲੇ ਦੇ ਵਿੱਚ ਤਾਂ ਇਹ ਇੱਕ ਇਹਦੇ ਕੋਲ ਹੈ, ਤੇ ਦੂਸਰੇ ਦੇ ਵਿੱਚ ਗੱਲ ਕਰਦੇ ਆ ਕੋਈ ਇਸਟੈਬਲਿਸ਼ ਕਰਨੀ ਆ ਨਵੀਂ ਸਟੇਟ, ਇਸਟੈਬਲਿਸ਼ਡ ਨਿਊ ਸਟੇਟ। ਆਹ ਪੁਆਇੰਟ ਆ ਜਿਹੜਾ ਇੱਥੇ ਦਾ, ਮਤਲਬ ਪਹਿਲਾਂ ਤੋਂ ਸਟੇਟ ਕੋਈ ਹੈ, ਠੀਕ ਆ, ਪਹਿਲਾਂ ਤੋਂ ਉਹ ਐਗਜ਼ਿਸਟ ਕਰਦੀ ਆ। ਤਾਂ ਇਹ ਦੇ ਵਿੱਚ ਆਪਾਂ ਕੀ ਦੇਖਿਆ ਵੀ ਉਹਨੂੰ ਐਡਮਿਸ਼ਨ ਕਰਾਉਣੀ ਹੈ ਇੱਥੇ, ਮਤਲਬ ਐਡਮਿਟ ਕਰਨੀ ਆ ਆਪਣੇ ਇੰਡੀਆ ਦੇ ਵਿੱਚ, ਤੇ ਜਿਹੜੀ ਪਹਿਲਾਂ ਤੋਂ ਐਗਜ਼ਿਸਟ ਕਰਦੀ ਆ। ਔਰ ਆਪਾਂ ਇਹਦੇ ਦੂਸਰੇ ਦੇ ਵਿੱਚ ਗੱਲ ਕਰਦੇ ਹਾਂ ਇਸਟੈਬਲਿਸ਼ਡ ਨਿਊ ਸਟੇਟ। ਕਲੀਅਰ ਆ। ਬਾਕੀ ਸਟੇਟ ਬਣਾਉਣ ਦਾ ਜਿਹੜਾ ਰਾਈਟ ਆ ਉਹ ਇਕੱਲੀ ਆਪਣੇ ਸੰਸਦ ਕੋਲ ਆ, ਕਿਸੇ ਵੀ ਸਟੇਟ ਦੀ ਲੈਜਿਸਲੇਚਰ ਕੋਲੇ ਨਹੀਂ ਹੈਗਾ, ਇਹ ਤੁਸੀਂ ਯਾਦ ਰੱਖਣਾ। ਤਾਂ ਆਰਟੀਕਲ 2 ਕਲੀਅਰ ਆ। ਹੁਣ ਆਪਾਂ ਗੱਲ ਕਰਦੇ ਹਾਂ ਆਰਟੀਕਲ ਨੰਬਰ ਆਪਣੇ 3 ਦੀ। ਇਹਦੇ 'ਚ ਆਪਣੇ ਕੋਲੇ ਕੀ ਆਉਂਦਾ? ਫਾਰਮੇਸ਼ਨ ਔਰ ਜਾਂ ਚੇਂਜ ਇਨ ਦਾ ਐਗਜ਼ਿਸਟਿੰਗ ਪੁਰਾਣੀ, ਮਤਲਬ ਕਿ ਜਿਹੜੀਆਂ ਆਪਣੇ ਕੋਲ ਪਹਿਲਾਂ ਤੋਂ ਸਟੇਟਸ ਨੇ ਉਹਨਾਂ ਦੇ ਵਿੱਚ ਰੀਐਡਜਸਟਮੈਂਟ ਕਰਨੀ ਆ। ਤੁਸੀਂ ਕਹਿ ਲਿਖ ਲਓ ਇੱਥੇ ਓਲਡ ਸਟੇਟਸ ਰੀ ਐਡਜਸਟਮੈਂਟ। ਆਹ ਤੁਸੀਂ ਸ਼ਬਦ ਧਿਆਨ ਨਾਲ ਦੇਖਿਆ ਕਰੋ, ਜਿੱਥੇ ਆ ਆਰ ਈ ਲੱਗ ਗਿਆ ਇਹਦਾ ਮਤਲਬ ਹੁੰਦਾ ਵੀ ਪਹਿਲਾਂ ਤੋਂ ਕੋਈ ਚੀਜ਼ ਹੈ ਉਹਨੂੰ ਦੁਬਾਰਾ ਤੋਂ ਲਿਖਿਆ ਜਾ ਰਿਹਾ। ਜਿਵੇਂ ਨੇਮ ਕਿਸੇ ਦਾ ਪਹਿਲਾਂ ਤੋਂ ਹੈ, ਰੀਨੇਮ ਕਿਹਾ ਤਾਂ ਰੀ ਲੱਗ ਗਿਆ, ਤਾਂ ਮਤਲਬ ਨੇਮ ਸੀ ਤਾਂ ਦੁਬਾਰੇ ਤੋਂ ਰੱਖਿਆ ਜਾ ਰਿਹਾ। ਆਪਾਂ ਰੀਰਾਈਟ, ਰਾਈਟ ਕੱਲਾ ਰਾਈਟ ਤਾਂ ਲਿਖਿਆ ਹੋਇਆ, ਜਦੋਂ ਦੁਬਾਰਾ ਤੋਂ ਲਿਖਣਾ ਤਾਂ ਰੀਰਾਈਟ। ਅਪੀਅਰ ਹੋਣਾ, ਰੀਅਪੀਅਰ ਹੋਣਾ, ਠੀਕ ਆ। ਤਾਂ ਮਤਲਬ ਜਿਹਦੇ ਸ਼ਬਦ ਨਾਲ ਤੁਹਾਨੂੰ ਰੀ ਲੱਗ ਗਿਆ ਤਾਂ ਇਹਦਾ ਮਤਲਬ ਪਹਿਲਾਂ ਤੋਂ ਚੀਜ਼ ਹੈ ਤੇ ਉਹ ਦੁਬਾਰਾ ਤੋਂ ਕੋਈ ਹੋ ਰਹੀ ਆ। ਤਾਂ ਹੁਣ ਪਹਿਲਾਂ ਤੋਂ ਇੱਥੇ ਹੈ ਨੇ ਸਟੇਟਸ, ਤਾਂ ਉਹਦੇ ਵਿੱਚ ਆਪਾਂ ਐਡਜਸਟਮੈਂਟ ਕਰਨੀ ਆ। ਇਹ ਆਰਟੀਕਲ ਕਿੰਨਾ ਕਹਿੰਦਾ? ਆਪਣਾ ਤੀਸਰਾ। ਕਿਹਦੇ ਕੋਲੇ ਆ ਅਥਾਰਟੀ ਇਹਦੀ? ਇਹਦੀ ਅਥਾਰਟੀ ਵੀ ਸਾਡੇ ਕੋਲ ਇੱਥੇ ਕਿਹਦੇ ਕੋਲ ਆ? ਸੰਸਦ ਕੋਲ ਆ। ਬਾਕੀ ਕੀ ਕਰ ਸਕਦੇ ਆ ਇਹ? ਨਿਊ ਸਟੇਟ ਬਣਾ ਸਕਦੇ ਆ। ਕੀ ਕਰ ਸਕਦੇ ਆ? ਨਿਊ ਸਟੇਟ ਬਣਾ ਸਕਦੇ ਨੇ। ਮਤਲਬ ਕਿਵੇਂ? ਚਾਹੇ ਤਾਂ ਇਹ ਅਲੱਗ ਕਰ ਲੈਣ ਕਿਸੇ ਤੋਂ, ਮਤਲਬ ਕੋਈ ਸਟੇਟ ਆ ਉਹਦੇ ਚੋਂ ਅਲੱਗ ਕਰਕੇ ਬਣਾ ਸਕਦੇ, ਜਿਵੇਂ ਤੇਲੰਗਾਨਾ ਬਣਾਤਾ ਸੀ, ਠੀਕ ਆ। ਤੇ ਜਾਂ ਫਿਰ ਇਹ ਕੀ ਕਰ ਸਕਦੇ ਆ? ਕੁਝ ਪਾਰਟ, ਜਾਂ ਫਿਰ ਇਹ ਕਿਸੇ ਚੋਂ ਅਲੱਗ ਕਰਕੇ ਬਣਾ ਸਕਦੇ ਨੇ, ਠੀਕ ਆ। ਜਾਂ ਫਿਰ ਕੁਝ ਪਾਰਟ ਲੈ ਕੇ, ਕੁਝ ਪਾਰਟ ਇਹ ਸਟੇਟ ਚੋਂ ਲੈ ਲਿਆ, ਕੁਝ ਪਾਰਟ ਬੀ ਸਟੇਟ ਚੋਂ ਲੈ ਲਿਆ, ਤਾਂ ਫਿਰ ਉਹ ਦੋਨਾਂ ਨੂੰ ਮਰਜ ਕਰਕੇ ਨਵੀਂ ਬਣਾ ਕੇ ਤਿਆਰ ਕਰ ਸਕਦੇ ਆ। ਪਤਾ ਲੱਗ ਗਿਆ ਵੀ ਕਿਸੇ ਸਟੇਟ ਨੂੰ ਅਲੱਗ ਵੀ ਕਰ ਸਕਦੇ ਆ, ਜਾਂ ਫਿਰ ਕੁਝ ਪਾਰਟ ਲੈ ਕੇ ਆਸੇ-ਪਾਸੇ ਤੋਂ ਤਾਂ ਉਹਨੂੰ ਵੀ ਬਣਾ ਸਕਦੇ ਆ, ਠੀਕ ਆ। ਹੋਰ ਇਹ ਕੀ ਕਰ ਸਕਦੇ ਆ? ਏਰੀਆ ਕਿਸੇ ਰਾਜ ਦਾ ਇਨਕਰੀਜ਼ ਕਰ ਸਕਦੇ ਆ, ਏਰੀਆ ਉਹਦਾ ਵਧਾ ਘਟਾ ਸਕਦੇ ਆ। ਤਾਂ ਜਾਣੀ ਕਿ ਜਿੰਨਾ ਸਟੇਟ ਪਹਿਲਾਂ ਵਾਲੀ ਦੇ ਵਿੱਚ ਕੁਝ ਨਵਾਂ ਹੁੰਦਾ ਉਹ ਸਾਰਾ ਇਹ ਕਰ ਸਕਦੇ ਆ। ਏਰੀਆ ਘਟਾ ਸਕਦੇ ਆ, ਸਟੇਟ ਦਾ ਨਾਮ ਚੇਂਜ ਕਰ ਸਕਦੇ ਆ, ਠੀਕ ਆ, ਉਹਦਾ ਨੇਮ ਚੇਂਜ ਕਰ ਸਕਦੇ ਆ, ਉਹਦੀ ਬਾਉਂਡਰੀ ਵਧਾ ਘਟਾ ਸਕਦੇ ਆ। ਤਾਂ ਇੱਥੇ ਲਿਖ ਦਿੰਦੇ ਆ ਜਿਹੜੀਆਂ ਚੀਜ਼ਾਂ ਇਹ ਬਦਲਦੇ ਨੇ, ਮਤਲਬ ਕਿ ਉਹਦੀ ਬਾਉਂਡਰੀ ਆ ਉਹਨੂੰ ਚੇਂਜ ਕਰ ਸਕਦੇ ਆ, ਉਹਦੇ ਨੇਮ ਨੂੰ ਚੇਂਜ ਕਰ ਸਕਦੇ ਆ, ਉਹਦਾ ਏਰੀਆ ਘੱਟ ਵੱਧ ਕਰ ਸਕਦੇ ਆ, ਠੀਕ ਆ। ਤਾਂ ਇਹ ਚੀਜ਼ਾਂ ਆਰਟੀਕਲ 3 ਦੇ ਅਧੀਨ ਹੁੰਦੀਆਂ ਨੇ। ਕਰਦੀ ਕੌਣ ਆ? ਸੰਸਦ ਕਰਦੀ ਆ। ਤਾਂ ਇਹ ਕਿਸੇ ਵੀ ਸਟੇਟ ਲੈਜਿਸਲੇਚਰ ਕੋਲੇ ਪਾਵਰ ਨਹੀਂ ਹੈਗੀ। ਬਾਕੀ ਜਦੋਂ ਕਿਸੇ ਸਟੇਟ ਨੂੰ ਆਪਾਂ ਮਤਲਬ ਕਿ ਬਣਾਉਣਾ ਹੁੰਦਾ ਤਾਂ ਇਹਦੇ 'ਚ ਆਪਣੇ ਕੋਲੇ ਦੋ ਕੰਡੀਸ਼ਨਾਂ ਨੇ। ਇੱਕ ਤਾਂ ਹੁੰਦੀ ਹੈ ਸਾਡੇ ਕੋਲੇ ਸਟੇਟ,
ਤਾਂ ਸਟੇਟ ਦੇ ਲਈ ਜਿਹੜੀਆਂ ਹੁਣ ਮੈਂ ਇੱਥੇ ਲਿਖੂੰਗਾ ਉਹ ਸਟੇਟ ਦੇ ਲਈ ਹੋਣਗੀਆਂ, ਯੂਟੀ ਦੇ ਲਈ ਇਹ ਪ੍ਰੋਸੀਜਰ ਫੋਲੋ ਨਹੀਂ ਕੀਤਾ ਜਾਂਦਾ। ਜਿਹੜਾ ਨੀਚੇ ਆਪਾਂ ਇੱਥੇ ਲਿਖਾਂਗੇ ਇਹ ਯੂਟੀ ਦੇ ਲਈ ਨਹੀਂ ਹੈਗਾ, ਸਟੇਟ ਦੇ ਲਈ ਓਨਲੀ, ਠੀਕ ਆ। ਤਾਂ ਜਦੋਂ ਆਪਾਂ ਇਹਦੇ ਲਈ ਆ ਮਤਲਬ ਬਿੱਲ ਰੱਖਣਾ ਇੱਥੇ, ਠੀਕ ਆ, ਤਾਂ ਉੱਪਰ ਬਿੱਲ ਰੱਖਣਾ, ਤਾਂ ਇਹਦੇ ਲਈ ਸਾਨੂੰ ਪ੍ਰਿਓਰ ਰਿਕਮੈਂਡੇਸ਼ਨ ਚਾਹੀਦੀ ਆ ਪ੍ਰੈਜ਼ੀਡੈਂਟ ਦੀ। ਤਾਂ ਕਿਹਦੀ ਰਿਕਮੈਂਡੇਸ਼ਨ ਤੇ ਆਊਗਾ? P52 ਯਾਨੀ ਕਿ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਤੇ ਆਊਗਾ ਸਾਡੇ ਕੋਲ। ਤਾਂ ਰਾਸ਼ਟਰਪਤੀ ਕੀ ਕਰੂਗਾ? ਇਹ ਜਿਹੜੀ ਵੀ ਸੰਬੰਧਿਤ ਸਟੇਟ ਹੋਊਗੀ ਆਪਣੇ ਕੋਲੇ, ਆਪਾਂ ਗੱਲ ਕਰੀ ਵੀ ਜਦੋਂ ਮਤਲਬ ਕਿ ਕੋਈ ਨਿਊ ਸਟੇਟ ਫਾਰਮੇਸ਼ਨ ਕਰਦੇ ਨੇ ਇਹ, ਤਾਂ ਰਾਸ਼ਟਰਪਤੀ ਦੀ ਰਿਕਮੈਂਡੇਸ਼ਨ ਚਾਹੀਦੀ ਆ ਸਭ ਤੋਂ ਪਹਿਲੀ ਗੱਲ, ਸਟੇਟ ਲਈ ਚਾਹੀਦੀ ਆ, ਯੂਟੀ ਦੇ ਲਈ ਇਹਦਾ ਕੋਈ ਲੈਣਾ ਦੇਣਾ ਨਹੀਂ। ਤਾਂ ਜਦੋਂ ਰਾਸ਼ਟਰਪਤੀ ਨੇ ਹੋਰ ਕੀ ਕੰਮ ਕਰਨਾ, ਜਿਹੜੀ ਸਟੇਟ ਦੇ ਵਿੱਚ ਕੋਈ ਹੋ ਰਿਹਾ ਕੁਛ ਤਾਂ ਉਹਦੇ ਲੈਜਿਸਲੇਚਰ ਦੇ ਵਿੱਚ ਇਹਨੇ ਮਤਲਬ ਕਿ ਰੈਫਰ ਕਰਨਾ ਹੁੰਦਾ ਮੁੱਦਾ, ਤਾਂ ਰਾਸ਼ਟਰਪਤੀ ਕਿੱਥੇ ਕਰਦਾ? ਇਹ ਰੈਫਰ ਕਰਦਾ ਗਾ ਉੱਥੋਂ ਦੀ ਸਟੇਟ ਨੂੰ, ਠੀਕ ਆ, ਸਟੇਟ ਸੰਬੰਧਿਤ ਸਟੇਟ ਦੀ ਲੈਜਿਸਲੇਚਰ ਨੂੰ, ਠੀਕ ਆ। ਤਾਂ ਉੱਥੋਂ ਦੀ ਲੈਜਿਸਲੇਚਰ ਨੂੰ ਭੇਜਦਾ, ਤਾਂ ਉਹਨਾਂ ਨੂੰ ਇੱਕ ਟਾਈਮ ਦੇ ਦਿੰਦਾ ਵੀ ਮਤਲਬ ਤੁਸੀਂ ਇੰਨੇ ਟਾਈਮ ਦੇ ਵਿੱਚ ਸਾਨੂੰ ਕੀ ਕਰਨਾ? ਰਿਸਪੌਂਸ ਕਰਨਾ। ਤਾਂ ਇਹ ਇੱਥੇ ਬਾਉਂਡਡ ਨਹੀਂ ਹੁੰਦੇ, ਨਾ ਤਾਂ ਰਾਸ਼ਟਰਪਤੀ ਨਾ ਹੀ ਸੰਸਦ, ਵੀ ਉਹ ਜਿਹੜੀ ਵੀ ਚੀਜ਼ ਕੁਛ ਭੇਜਣਗੇ ਉਹਨਾਂ ਨੂੰ ਐਕਸੈਪਟ ਕਰਨਾ ਜਾਂ ਰਿਜੈਕਟ ਕਰਨੇ ਕੁਛ ਵੀ ਕਰ ਸਕਦੇ ਆ। ਜਾਣੀ ਕਿ ਇਹ ਨਹੀਂ ਹੈਗਾ ਵੀ ਬਾਉਂਡ ਵੀ ਮਤਲਬ ਉਹਨਾਂ ਨੂੰ ਟਾਈਮ ਦੇਤਾ ਤਾਂ ਉਨੇ ਟਾਈਮ ਦੇ ਵਿੱਚ ਉਹ ਜਿਹੜਾ ਕੁਛ ਭੇਜਣਗੇ ਇਹਨਾਂ ਨੇ ਮੰਨਣਾ ਹੀ ਮੰਨਣਾ। ਬਾਕੀ ਜਦੋਂ ਇਹ ਰਾਜ ਬਣਾਉਣ ਦੇ ਲਈ ਪ੍ਰੋਸੀਜਰ ਆ, ਯੂਟੀ ਬਣਾਉਣ ਦੇ ਲਈ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਯੂਟੀ ਤਾਂ ਡਾਇਰੈਕਟਲੀ ਕੰਟਰੋਲ 'ਚ ਹੀ ਕੇਂਦਰ ਸਰਕਾਰ ਦੇ ਹੁੰਦੀ ਆ, ਪਤਾ ਲੱਗ ਗਿਆ। ਉਹਦੇ 'ਚ ਤਾਂ ਸੰਸਦ ਆਪ ਹੀ ਐਕਸ਼ਨ ਲੈ ਲੈਂਦੀ ਆ, ਉਹਨੂੰ ਰਾਸ਼ਟਰਪਤੀ ਦੀ ਵਗੈਰਾ ਜਾਂ ਕਿਸੇ ਦੀ ਲੋੜ ਹੀ ਨਹੀਂ ਹੁੰਦੀ। ਤਾਂ ਹੁਣ ਸਾਨੂੰ ਆਪਾਂ 2 ਆਰਟੀਕਲ ਦੇਖੇ, 3 ਆਰਟੀਕਲ ਦੇਖ ਲਏ, ਆਰਟੀਕਲ 1, ਆਰਟੀਕਲ 2, ਆਰਟੀਕਲ ਨੰਬਰ 3, ਤਾਂ ਤੁਸੀਂ ਨੋਟ ਕਰ ਲਿਆ ਹੋਣਾ। ਚਲੋ ਹੁਣ ਆਪਾਂ ਅੱਗੇ ਨੈਕਸਟ ਪੇਜ 'ਤੇ ਚੱਲਦੇ ਹਾਂ। ਤਾਂ ਹੁਣ ਇੱਥੋਂ ਸਾਨੂੰ ਕਲੀਅਰ ਹੋ ਗਿਆ ਵੀ ਸੰਸਦ ਕੋਲੇ ਸਾਰੀ ਪਾਵਰ ਆ, ਨਿਊ ਸਟੇਟ ਬਣਾਉਣੀ ਆ ਜਾਂ ਕੁਛ ਉਹਦੇ 'ਚ ਚੇਂਜ ਵਗੈਰਾ ਕਰਨੇ ਆ। ਸੰਸਦ ਰੀਡਰੋ ਕਰ ਸਕਦੀ ਹੈ ਪੋਲੀਟੀਕਲ ਮੈਪ ਆਫ ਇੰਡੀਆ, ਤਾਂ ਆਪਣਾ ਜਿਹੜਾ ਪੋਲੀਟੀਕਲ ਮੈਪ ਆ ਉਹਨੂੰ ਕੌਣ ਰੀਡਰੋ ਕਰ ਸਕਦਾ? ਸੰਸਦ। ਬਾਕੀ ਹੁਣ ਇੱਥੇ ਆਪਣੇ ਸੰਵਿਧਾਨ ਦੇ ਬਾਰੇ ਗੱਲ ਦੇਖੋ ਵੀ ਆਪਣੇ ਸੰਵਿਧਾਨ ਦੇ ਵਿੱਚ ਸੰਵਿਧਾਨ ਦੁਆਰਾ ਜਿਹੜੀ ਟੈਰੀਟੋਰੀਅਲ ਇਕਾਗਰਤਾ ਬਣੇ ਰਹਿਣ ਦੀ ਗਰੰਟੀ ਨਹੀਂ ਹੈਗੀ। ਤਾਂ ਸਾਡੇ ਕੋਲੇ ਮਤਲਬ ਕਿ ਖੇਤਰ ਦੇ ਆਧਾਰ ਤੇ ਦੇਖੋ ਰਾਜੇ, ਖੇਤਰ ਦੇ ਆਧਾਰ ਤੇ ਇਕਾਗਰਤਾ ਲਈ ਸੰਵਿਧਾਨ ਦੀ ਗਰੰਟੀ ਨਹੀਂ ਹੈਗੀ ਆਪਣੇ ਕੋਲ, ਠੀਕ ਆ, ਸੰਵਿਧਾਨ ਦੀ ਗਰੰਟੀ ਨਹੀਂ ਹੈਗੀ। ਜਦ ਕਿ ਜੇ ਆਪਾਂ ਦੇਖੀਏ ਵੀ USA ਦੇ ਅਮਰੀਕਾ ਦੀ ਗੱਲ ਕਰੀਏ ਉੱਥੇ ਇਹ ਗਰੰਟੀ ਹੈ ਉਹਨਾਂ ਕੋਲੇ, ਠੀਕ ਆ, ਆਪਣੇ ਇਹ ਹੈ ਨਹੀਂ। ਤਾਂ ਆਪਣੇ ਕੋਲੇ ਕੀ ਆ? ਇੱਥੇ ਆਪਣੇ ਕੋਲ ਜਿਹੜੀ ਕੇਂਦਰ ਸਰਕਾਰ ਆ, ਤਾਂ ਇੱਥੇ ਦੇਖੋ ਜਿਹੜੀ ਆਪਣੇ ਕੋਲੇ ਕੇਂਦਰ ਸਰਕਾਰ ਆ ਇਹ ਡਿਸਟਰੋਏ ਕਰ ਸਕਦੀ ਆ, ਕੇਂਦਰ ਸਰਕਾਰ ਡਿਸਟਰੋਏ ਕਰ ਸਕਦੀ ਆ ਕਿਹਨੂੰ? ਸਟੇਟ ਨੂੰ, ਪਰ ਸਟੇਟ ਕੇਂਦਰ ਨੂੰ ਨਹੀਂ ਕਰ ਸਕਦਾ, ਪਤਾ ਚੱਲ ਗਿਆ। ਤਾਂ ਇਹ ਸੀ ਆਪਣੇ ਕੋਲੇ ਆਰਟੀਕਲ ਨੰਬਰ 3। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਆਪਣੇ ਆਰਟੀਕਲ ਨੰਬਰ 4 ਦੀ, ਆਰਟੀਕਲ ਨੰਬਰ 4। ਹੁਣ ਆਰਟੀਕਲ ਇਹ ਕੀ ਕਹਿੰਦਾ ਵੀ ਜਦੋਂ ਤੱਕ ਕੋਈ ਮਤਲਬ ਜਿਹੜਾ ਆਪਾਂ 2 ਤੇ 3 ਨੰਬਰ ਆਰਟੀਕਲ ਦੇ ਵਿੱਚ ਪੜ੍ਹੇ, 1 ਨੰਬਰ ਦੇ ਵਿੱਚ ਤਾਂ ਵੈਸੇ ਹੀ ਉਹਨਾਂ ਨੇ ਏਰੀਆ ਵਗੈਰਾ ਡਿਫਾਈਨ ਕੀਤੇ ਹੁੰਦੇ ਆਪਣੇ ਨੇਮ ਨੂਮ ਨੇ, ਤਾਂ ਇਸ ਤੋਂ ਬਾਅਦ ਦੇ ਵਿੱਚ 2 ਤੇ 3 ਦੇਖੇ ਆਪਾਂ ਵੀ ਕਿਵੇਂ ਕਿਵੇਂ ਨਿਊ ਸਟੇਟ ਬਣਦੀ ਆ, ਫਾਰਮੇਸ਼ਨ ਕਿੱਦਾਂ ਹੁੰਦਾ। ਤਾਂ ਹੁਣ ਜਿਹੜਾ ਆਰਟੀਕਲ 4 ਆ ਇਹ ਕਹਿੰਦਾ ਵੀ ਜਿਹੜਾ ਆਰਟੀਕਲ 2 ਤੇ 3 ਦੇ ਅਧੀਨ ਆਪਾਂ ਕੁਝ ਵੀ ਕਰਦੇ ਆ, ਠੀਕ ਆ, ਨਵਾਂ ਰਾਜ ਬਣਾਉਣਾ, ਏਰੀਆ ਘੱਟ ਵੱਧ ਕਰਨਾ ਜਾਂ ਨਾਂ ਆਦਿ ਚੇਂਜ ਕਰਨਾ, ਤਾਂ ਆਰਟੀਕਲ 3 ਤਾਂ ਉਹਦੇ ਵਿੱਚ ਆਰਟੀਕਲ 368 ਦੇ ਵਿੱਚ ਅਮੈਂਡਮੈਂਟ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ, ਠੀਕ ਆ। ਤਾਂ 2 ਐਂਡ ਆਰਟੀਕਲ ਨੰਬਰ 3 ਨਾਲ ਜੋ ਹੁੰਦਾ ਜੋ ਉਹਨੂੰ ਰਾਜੇ ਅਮੈਂਡਮੈਂਟ ਹੁੰਦੀ ਆ ਆਪਣੇ ਕੋਲੇ। ਅਮੈਂਡਮੈਂਟ ਕਿਹੜੇ ਆਰਟੀਕਲ ਨਾਲ ਹੁੰਦੀ ਆ? 368 ਦੇ ਨਾਲ ਕੀ ਹੁੰਦੀ ਆ? ਆਪਣੇ ਸੰਵਿਧਾਨ ਦੇ ਵਿੱਚ ਸੋਧ ਹੁੰਦੀ ਆ। ਤੇ ਇਸ ਤੋਂ ਬਾਅਦ ਆਪਣੇ ਕੋਲੇ ਪੈਟਰਨ ਹੁੰਦਾ ਸਿੰਪਲ ਮੈਜੋਰਟੀ, ਸਪੈਸ਼ਲ ਮੈਜੋਰਟੀ। ਤਾਂ ਹੁਣ ਦੇਖੋ ਇਹਦੇ 'ਚ ਆਪਾਂ ਗੱਲ ਕੀਤੀ ਵੀ 368 ਦੇ ਵਿੱਚ ਸੋਧ ਨਹੀਂ ਗਿਣੀ ਜਾਂਦੀ, ਆਪਾਂ ਜਿਹੜੇ ਆ 2 ਤੇ 3 ਦੇ ਅਧੀਨ ਕਰਦੇ ਆ ਉਹਦੇ 'ਚ ਅਮੈਂਡਮੈਂਟ ਕਰਦੇ ਆ, ਨਹੀਂ ਕਰਦੇ। ਪਰ ਇੱਥੇ ਇਹਨਾਂ ਨੇ ਕਿਹਾ ਤਾਂ ਜੇ ਹੁਣ ਨਹੀਂ ਕਰਦੇ ਤਾਂ ਇਹ ਕਿਹੜੀ ਮੈਜੋਰਟੀ ਨਾਲ ਪਾਸ ਹੋ ਜਾਂਦਾ? ਜਿਹੜੀ ਅਮੈਂਡਮੈਂਟ ਹੁੰਦੀ ਨਹੀਂ ਉਹ ਤਾਂ ਮਤਲਬ ਆਪਾਂ ਆਲਮੋਸਟ ਹੀ ਸਿੰਪਲ ਮੈਜੋਰਟੀ ਦੇ ਨਾਲ ਹੀ ਪਾਸ ਹੋ ਜਾਂਦਾ ਚੀਜ਼। ਤਾਂ ਹੁਣ ਇਹ ਆਪਣੇ ਕੋਲੇ ਆਰਟੀਕਲ 2 ਤੇ 3 ਇਹ ਕਿਹੜੇ ਨਾਲ ਹੋ ਜਾਂਦੇ ਨੇ? ਸਿੰਪਲ ਮੈਜੋਰਟੀ ਨਾਲ ਪਾਸ ਹੋ ਜਾਂਦੇ ਆ ਜਾਂ ਆਰਡੀਨੈਂਸ ਪਾਵਰ ਦੇ ਨਾਲ ਵੀ ਕਈ ਵਾਰੀ ਲੈ ਕੇ ਆ ਜਾਂਦੇ ਆ। ਪਰ ਹੁਣ ਦੇਖੋ ਵੀ ਸੰਸਦ ਕੋਲ ਇਦੋਂ ਬਾਅਦ ਇੱਕ ਆਪਣੇ ਕੋਲੇ ਰੌਲਾ ਪਿਆ ਜਦੋਂ ਆਪਣਾ ਪਾਕਿਸਤਾਨ ਦੇ ਨਾਲ ਇੱਧਰੋਂ ਲੜਾਈ ਚੱਲਦੀ ਸੀ ਵੀ ਮਤਲਬ ਜਿਹੜੀ ਸੰਸਦ ਦੇ ਕੋਲੇ ਕੋਈ ਨਵੀਂ ਸਟੇਟ ਬਣਾਉਣ ਘੱਟ ਵੱਧ ਕਰਨ ਦੇ ਰਾਈਟ ਤਾਂ ਹੈਗੇ ਆ, ਤਾਂ ਵੀ ਕੀ ਸੰਸਦ ਆ ਜਿਹੜੀ ਉਹ ਵਿਦੇਸ਼ੀਆਂ ਨੂੰ ਵੀ ਸੌਂਪ ਸਕਦੀ ਆ? ਵੀ ਕੋਈ ਏਰੀਆ ਜੇ ਆਪਣਾ ਹੈਗਾ ਤਾਂ ਉਹ ਵਿਦੇਸ਼ੀ ਦੇਸ਼ ਨੂੰ ਕਿਸੇ ਨੂੰ ਮਤਲਬ ਹੋਰ ਦੇਸ਼ ਨੂੰ ਸੌਂਪ ਸਕਦੀ ਆ। ਤਾਂ 1960 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ
ਤਾਂ ਕੇਂਦਰ ਸਰਕਾਰ ਦਾ ਫੈਸਲਾ ਇਹ ਸੀ ਵੀ ਜਿਹੜੀ ਬੇਰੂਬਰੀ ਯੂਨੀਅਨ ਆ, ਆਪਾਂ ਇੱਕ ਬੇਰੂਬਰੀ ਦਾ ਕੇਸ ਵੀ ਆਉਂਦਾ ਨਾ 1960 ਦਾ, ਪੋਲੀਟੀਕਲ ਦੇ ਵਿੱਚ ਆਪਾਂ ਕਰਾਂਗੇ ਸਾਰੇ ਕੇਸ ਅੱਗੇ। ਤਾਂ ਬੇਰੂਬਰੀ ਕੇਸ ਆਉਂਦਾ ਆਪਣੇ ਕੋਲ, ਬੇਰੂਬਰੀ ਕੇਸ ਕਿੰਨੇ ਦਾ ਸੀ ਇਹ 1960 ਦਾ। ਤਾਂ ਬੇਰੂਬਰੀ ਕੇਸ ਸੀ ਇਹ ਰਾਜੇ, ਬੇਰੂਬਰੀ ਆ ਜਿਹੜਾ ਇਹ ਵੈਸਟ ਬੰਗਾਲ ਦਾ ਹੀ ਨਾਮ ਆ, ਠੀਕ ਆ, ਵੈਸਟ ਬੰਗਾਲ ਦਾ ਨੇਮ ਸੀ ਪਹਿਲਾਂ ਬੇਰੂਬਰੀ। ਤਾਂ ਇਹ ਚਾਹੁੰਦੇ ਸੀ ਵੀ ਆਪਾਂ, ਕੇਂਦਰ ਸਰਕਾਰ ਚਾਹੁੰਦੀ ਸੀ ਵੀ ਇਹ ਕਿਹਨੂੰ ਦੇ ਦਈਏ ਆਪਾਂ, ਪਾਕਿਸਤਾਨ ਨੂੰ ਦੇ ਦਿੰਦੇ ਆ। ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਇਹਨੂੰ ਘੱਟ ਵੱਧ ਕਰ ਸਕਦੇ ਹੋ, ਨਾਮ ਚੇਂਜ ਕਰ ਸਕਦੇ ਹੋ, ਨਵੀਂ ਸਟੇਟ ਬਣਾ ਸਕਦੇ ਹੋ, ਪਰ ਠੀਕ ਆ ਕਿ ਸੰਸਦ ਕੋਲ ਪਾਵਰ ਆ ਘੱਟ ਵੱਧ ਏਰੀਆ ਦੇਖ ਸਕਦੀ ਆ, ਆਰਟੀਕਲ 3 ਕਹਿੰਦਾ। ਪਰ ਇਹ ਨਹੀਂ ਹੈਗਾ ਵੀ ਉਹ ਮਤਲਬ ਜੇ ਬਾਹਰਲੇ ਵਿਦੇਸ਼ੀ ਨੂੰ ਕਿਸੇ ਨੂੰ ਸੌਂਪਣਾ, ਜਿਵੇਂ ਕਿ ਹੁਣ ਪਾਕਿਸਤਾਨ ਆ, ਇਹਦਾ ਆਪਾਂ ਤੋਂ ਕੰਟਰੀ ਅਲੱਗ ਹੋਊਗੀ ਵੀ ਤੁਸੀਂ ਇਹਨੂੰ ਸੌਂਪ ਸਕਦੇ ਹੋ, ਠੀਕ ਆ। ਤਾਂ ਫਿਰ ਇਹ ਤੋਂ ਬਾਅਦ 'ਚ ਕੀ ਕੀਤਾ ਉਹਨਾਂ ਨੇ ਕਿਹਾ ਵੀ ਜੇ ਵਿਦੇਸ਼ੀ ਨੂੰ ਸੌਂਪਣੀ ਆ ਤਾਂ ਆਰਟੀਕਲ 368 ਦੇ ਵਿੱਚ ਅਮੈਂਡਮੈਂਟ ਹੋਊਗੀ। ਜਦ ਕਿ ਆਰਟੀਕਲ 4 ਕੀ ਕਹਿੰਦਾ, ਇਹ ਕਹਿੰਦਾ ਵੀ 2 ਤੇ 3 ਦੇ ਅਧੀਨ ਤੁਸੀਂ ਇਹਦੇ 'ਚ ਆਪਾਂ ਨੂੰ ਅਮੈਂਡਮੈਂਟ ਕਰਨ ਦੀ ਲੋੜ ਨਹੀਂ ਹੈਗੀ, ਠੀਕ ਆ। ਤਾਂ ਇਹ ਕੀ ਕਹਿੰਦਾ ਆਪਣੇ ਕੋਲੇ ਇੱਥੇ ਅਮੈਂਡਮੈਂਟ ਕਰਨ ਦੀ, ਆਰਟੀਕਲ 2 ਤੇ 3 ਦੇ ਅਧੀਨ ਆਪਾਂ ਨੂੰ ਅਮੈਂਡਮੈਂਟ ਦੀ ਲੋੜ ਨਹੀਂ ਹੈ। ਪਰ ਦੇਖੋ ਜੇ ਆਪਾਂ ਕਿਸੇ ਵਿਦੇਸ਼ੀ ਨੂੰ, ਮਤਲਬ ਬਾਹਰਲੇ ਦੇਸ਼ ਨੂੰ ਆਪਾਂ ਕਿਸੇ ਨੂੰ ਏਰੀਆ ਸੌਂਪਦੇ ਹਾਂ, ਆਪਣਾ ਏਰੀਆ ਸੌਂਪਾਂਗੇ ਤਾਂ ਸਾਨੂੰ ਅਮੈਂਡਮੈਂਟ ਕਰਨੀ ਪਊਗੀ, ਠੀਕ ਆ। ਅਮੈਂਡਮੈਂਟ ਕਦੋਂ ਕਰਨੀ ਪਊਗੀ, ਜੇ ਅਸੀਂ ਆਪਣਾ ਏਰੀਆ ਕਿਸੇ ਬਾਹਰਲੀ ਕੰਟਰੀ ਨੂੰ ਸੌਂਪਦੇ ਹਾਂ, ਪਤਾ ਲੱਗ ਗਿਆ। ਤਾਂ ਇਹਦੇ 'ਚ ਅਮੈਂਡਮੈਂਟ ਹੁੰਦੀ ਆ, ਤਾਂ ਕਰਕੇ ਫਿਰ ਜਿਹੜੀ ਆਪਣੇ ਅਮੈਂਡਮੈਂਟ ਹੋਈ ਸੀ ਤੁਸੀਂ ਅਮੈਂਡਮੈਂਟ ਯਾਦ ਰੱਖਣੀ ਆ, 9th CAA ਸੀ ਤੇ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ, ਇਹ ਕੀਤੀ ਗਈ ਆਪਣੇ ਕੋਲ 1960 ਦੇ ਵਿੱਚ, ਠੀਕ ਆ। ਤਾਂ ਇਹਦੇ 'ਚ ਕੀ ਸੀਗਾ, ਟਰਾਂਸਫਰ ਕਰਤੀ ਪਾਕਿਸਤਾਨ ਨੂੰ, ਓਕੇ। ਫਿਰ ਇਹ ਤੋਂ ਬਾਅਦ ਇਹਨਾਂ ਦੇ ਆਪਾਂ ਇੱਕ ਹੋਰ ਦੇਖਦੇ ਹਾਂ ਵੀ ਇਹ ਤੋਂ ਬਾਅਦ ਹੋਰ ਅਮੈਂਡਮੈਂਟ ਕੀਤੀ ਆਪਣੇ ਕੋਲੇ, ਕਿਹੜੀ ਅਮੈਂਡਮੈਂਟ ਕੀਤੀ ਇਹਨਾਂ ਨੇ, ਇੱਕ ਅਮੈਂਡਮੈਂਟ ਕੀਤੀ 100 ਨੰਬਰ ਦੀ ਅਮੈਂਡਮੈਂਟ, ਠੀਕ ਆ, 100th ਨੰਬਰ ਦੀ। ਇਹ ਕਿੰਨੇ 'ਚ ਕੀਤੀ ਸੀ ਆਪਣੇ ਕੋਲ 2015 ਦੇ ਵਿੱਚ। ਇਹਦੇ 'ਚ ਕੀ ਸੀ, ਬੰਗਲਾਦੇਸ਼ ਨੂੰ ਉਹਦਾ ਏਰੀਆ ਦੇਦਾ ਸੀ ਤੇ ਆਪਣਾ ਭਾਰਤ ਨੇ ਲੈ ਲਿਆ। ਤਾਂ ਜਾਣੀ ਕਿ ਜਿਹੜੇ ਭਾਰਤ ਨੇ ਉਹਨਾਂ ਨੂੰ ਸੌਂਪੇ ਉਹ ਤਾਂ 111 ਇਨਕਲੇਵ ਜਾਣੀ ਕਿ ਕਲੋਨੀਆਂ ਸੀ, ਉਹਨਾਂ ਨੇ ਦਿੱਤੀਆਂ ਬਦਲੇ 'ਚ 51 ਕਲੋਨੀਆਂ, ਓਕੇ। ਬਾਕੀ ਇਹ ਸੀ ਆਪਣੇ ਕੋਲੇ ਇੰਨਾ ਕੁ ਇੰਪੋਰਟੈਂਟ ਜੇ ਆਰਟੀਕਲ ਦੇ ਬਾਰੇ ਆਪਾਂ ਗੱਲ ਕਰਨੀ ਸੀ। ਪਰ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ, ਐਵੋਲੂਸ਼ਨ ਆਫ ਦਾ ਸਟੇਟਸ ਐਂਡ ਦਾ ਯੂਨੀਅਨ ਟੈਰੀਟਰੀ। ਤਾਂ ਇਹਦੇ 'ਚ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਆਪਣਾ ਦੇਸ਼ ਆਜ਼ਾਦ ਹੋ ਰਿਹਾ ਸੀ, ਠੀਕ ਆ, 1947 ਦੇ ਵਿੱਚ ਜਦੋਂ ਆਪਣੀ ਕੰਟਰੀ ਆਜ਼ਾਦ ਹੋ ਰਹੀ ਸੀ, ਤਾਂ ਜਿੰਨੀਆਂ ਵੀ 565 ਰਿਆਸਤਾਂ ਜਿੰਨੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਜਿਹੜੀਆਂ ਸੀਗੀਆਂ ਆਪਣੇ ਕੋਲੇ ਸੁਤੰਤਰ ਸੀਗੀਆਂ ਤਾਂ 552 ਸੀ। ਊਂ ਤਾਂ ਮਤਲਬ ਬਾਕੀ ਤਾਂ ਪਾਕਿਸਤਾਨ 'ਚ ਚਲੀਆਂ ਗਈਆਂ, ਇਹ ਜਿਹੜੀਆਂ ਉਹ ਸੀ ਪਾਕਿਸਤਾਨ ਦੇ ਵਿੱਚ ਨਹੀਂ ਗਈਆਂ। ਤਾਂ ਇਹਨਾਂ ਦੇ ਵਿੱਚੋਂ ਤਾਂ 549 ਐਗਰੀ ਹੋ ਗਈਆਂ ਇੰਡੀਆ ਦੇ ਵਿੱਚ ਆਉਣ ਨੂੰ, ਠੀਕ ਆ। ਤਾਂ ਬਚੀਆਂ ਕਿੰਨੀਆਂ, 3। ਤਾਂ ਇਹ ਕਿਹੜੀਆਂ ਨੇ ਆਪਣੇ ਕੋਲੇ, ਹੈਦਰਾਬਾਦ ਸੀ, ਹੈਦਰਾਬਾਦ, ਜੂਨਾਗੜ੍ਹ ਔਰ ਕਸ਼ਮੀਰ। ਤਾਂ ਮਤਲਬ ਇਹ ਉਹ ਸੀ ਨਾ, ਇਹ ਕਹਿੰਦੇ ਸੀ ਪਾਕਿਸਤਾਨ 'ਚ ਜਾਣਾ, ਨਾ ਅਸੀਂ ਇੰਡੀਆ 'ਚ ਜਾਣਾ, ਅਸੀਂ ਸੁਤੰਤਰ ਰਹਿਣਾ, ਕਿਉਂਕਿ 3 ਹੀ ਆਪਸ਼ਨਾਂ ਸੀਗੀਆਂ ਨਾ ਉਦੋਂ। ਇੰਡੀਅਨ ਇੰਡੀਪੈਂਡੈਂਸ ਐਕਟ ਸੀਗਾ, ਇਹਨੇ ਆਪਾਂ ਨੂੰ 3 ਆਪਸ਼ਨਾਂ ਦਿੱਤੀਆਂ। 1947 ਦਾ ਐਕਟ ਆਇਆ ਸੀ, ਇੰਡੀਅਨ ਇੰਡੀਪੈਂਡੈਂਸ ਐਕਟ 1947। ਜਾਂ ਤਾਂ ਵੀ ਇੰਡੀਆ ਦੇ ਵਿੱਚ ਹੋ ਜਾਓ ਜਾਂ ਤੁਸੀਂ ਪਾਕਿਸਤਾਨ ਦੇ ਵਿੱਚ ਹੋ ਜਾਓ, ਅਗਰ ਕਿਸੇ 'ਚ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਸੁਤੰਤਰ ਰਹਿ ਸਕਦੇ ਹੋ। ਸਾਰੇ A to Z ਕੁਛ ਪਾਕਿਸਤਾਨ 'ਚ ਚਲੇ ਗਏ, ਬਾਕੀ 552 ਬਚ ਗਏ। ਉਹਨਾਂ ਦੇ ਵਿੱਚੋਂ 549 ਨੇ ਇੰਡੀਆ ਨੂੰ ਕਬੂਲ ਕਰ ਲਿਆ, ਤਾਂ 3 ਸੀਗੇ ਜਿਹੜੇ ਉਹ ਮਤਲਬ ਸੁਤੰਤਰ ਰਹਿੰਦੇ ਸੀ, ਹੈਦਰਾਬਾਦ, ਜੂਨਾਗੜ੍ਹ ਤੇ ਕਸ਼ਮੀਰ। ਪਰ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਅਸੀਂ ਸ਼ਾਮਲ ਕਰ ਲਿਆ। ਜਿਹੜਾ ਹੈਦਰਾਬਾਦ ਸੀ ਇਹਨੂੰ ਤਾਂ ਅਸੀਂ ਕਰ ਲਿਆ ਪੁਲਿਸ ਐਕਸ਼ਨ ਨਾਲ, ਠੀਕ ਆ। ਇਹ ਅਸੀਂ ਕਾਹਦੇ ਨਾਲ ਸ਼ਾਮਲ ਕਰ ਲਿਆ, ਪੁਲਿਸ ਐਕਸ਼ਨ ਦੇ ਥਰੂ। ਤਾਂ ਜੂਨਾਗੜ੍ਹ ਨੂੰ ਕੀ ਕਰਾਤਾ, ਇੱਥੇ ਰੈਫਰੈਂਡਮ ਕਰਾਤਾ ਸੀਗਾ, ਰੈਫਰੈਂਡਮ ਕਰਾਤਾ। ਤੇ ਇਸ ਤੋਂ ਬਾਅਦ ਕਸ਼ਮੀਰ ਦੇ, ਤਾਂ ਹੁਣ ਦੇਖੋ, ਤਾਂ 1950 ਦੇ ਵਿੱਚ ਜਦੋਂ ਆਪਣੇ ਕੋਲੇ 1950 ਦੇ ਵਿੱਚ ਆਪਣਾ ਸੰਵਿਧਾਨ ਲਾਗੂ ਹੋਇਆ, ਤਾਂ ਸੰਵਿਧਾਨ ਦੇ ਵਿੱਚ ਆਪਣੇ ਕੋਲੇ 4 ਗਰੁੱਪ ਬਣਾਏ। ਸੰਵਿਧਾਨ ਦੇ ਵਿੱਚ ਕਿੰਨੇ ਗਰੁੱਪ ਬਣੇ, 4 ਗਰੁੱਪ ਬਣੇ। ਉਦੋਂ ਕਿੰਨੇ ਸੀਗੇ, 29 ਸਟੇਟ ਸੀਗੀਆਂ। ਤਾਂ 1950 'ਚ 4 ਗਰੁੱਪ, 29 ਸਟੇਟ, A ਗਰੁੱਪ, B ਗਰੁੱਪ, C ਤੇ D ਗਰੁੱਪ। ਇਹਦੇ 'ਚ 9 ਸਟੇਟ ਸੀ, ਇਹਦੇ 'ਚ ਵੀ 9 ਸਟੇਟ ਸੀ, ਇਹਦੇ 'ਚ 10 ਸੀਗੇ, ਇਹਦੇ 'ਚ ਆਪਣੇ ਕੋਲੇ ਸਿਰਫ 1 ਸੀ। ਦੇਖੋ 9 9 18, 18 ਤੇ 28 ਤੇ 29 ਹੋ ਗਏ, 29 ਸਟੇਟ। ਤਾਂ ਹੁਣ ਜਿਹੜੇ ਪਹਿਲੇ ਸੀ ਇਹਦੇ 'ਚ ਆਪਾਂ ਕਿਹਦੀ ਗੱਲ ਕਰਦੇ ਹਾਂ, ਜਿਹੜੇ ਤਾਂ ਗਵਰਨਰ ਬ੍ਰਿਟਸ ਦੇ ਸੀ, ਠੀਕ ਆ, ਬ੍ਰਿਟਸ ਇੰਡੀਆ ਦੇ ਗਵਰਨਰ, ਇੱਥੇ ਲਿਖ ਦਿੰਦੇ ਆਪਾਂ ਬ੍ਰਿਟਸ ਇੰਡੀਆ ਦੇ, ਬ੍ਰਿਟਸ ਇੰਡੀਆ ਦੇ ਗਵਰਨਰ। ਉਹ ਕਿਹੜੇ 'ਚ ਪਾਏ ਇਹਨਾਂ ਨੇ, ਉਹ ਪਹਿਲੇ ਗਰੁੱਪ 'ਚ ਆਏ ਨੇ, ਇਹਦੇ 'ਚ 9 ਸੀ। ਤਾਂ ਦੂਸਰੇ ਦੇ ਵਿੱਚ ਆਜ਼ਾਦ ਸੀ, ਪਲੱਸ ਉਹਨਾਂ ਦਾ ਜਿਹੜਾ ਲੈਜਿਸਲੇਚਰ ਸੀਗਾ ਉਹ ਵੀ ਆਜ਼ਾਦ ਸੀ, ਆਪਦਾ ਲੈਜਿਸਲੇਚਰ, ਤੇ ਉਹ ਆਪ ਆਜ਼ਾਦ ਸੀ। ਤੇ ਜਿਹੜਾ ਤੀਸਰਾ ਸੀ
ਇਹਦੇ 'ਚ ਚੀਫ ਕਮਿਸ਼ਨਰ ਵਾਲਾ ਸਿਸਟਮ ਚੱਲਦਾ ਸੀ, ਠੀਕ ਆ, ਮਤਲਬ ਕੀ ਚੱਲਦਾ ਸੀ ਇੱਥੇ, ਚੀਫ ਕਮਿਸ਼ਨਰ ਵਾਲਾ ਜਿਹੜਾ ਚੱਲਦਾ ਸੀ, ਤਾਂ ਇਹਦੇ 'ਚ ਪਾਤਾ। ਓਕੇ, 3 ਤੇ ਆਪਣੇ ਕੋਲੇ ਜਿਹੜਾ ਚੌਥਾ ਗਰੁੱਪ ਸੀ ਇਹਦੇ ਵਿੱਚ ਸਿਰਫ ਇੱਕ ਹੀ ਸੀ, ਅੰਡੇਮਾਨ ਤੇ ਨਿਕੋਬਾਰ, ਅੰਡੇਮਾਨ ਐਂਡ ਨਿਕੋਬਾਰ, ਇਹ ਆਪਣੇ ਕੋਲੇ ਇਹਦੇ ਕੋਲ ਸੀ। ਬਾਕੀ ਇਹਨਾਂ ਦੇ ਬਾਰੇ ਅੱਗੇ ਕਿਹੜੇ 'ਚ ਕੀ ਸੀਗਾ ਕਿਹੜੇ 'ਚ ਕੀ ਆ ਉਹਦੇ ਬਾਰੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਇੰਨਾ ਤੁਹਾਨੂੰ ਨਹੀਂ ਕਿਸੇ ਨੇ ਵੀ ਪੁੱਛਿਆ ਨਹੀਂ ਜਾਣਾ ਹਜੇ। ਤਾਂ ਤੁਸੀਂ ਇੱਥੋਂ ਤੁਹਾਨੂੰ ਕਲੀਅਰ ਆ ਵੀ 1947 ਦਾ ਇੰਡੀਅਨ ਇੰਡੀਪੈਂਡੈਂਸ ਐਕਟ ਆਇਆ ਸੀਗਾ, ਤਾਂ ਉਹਦੇ 'ਚ ਇਹਨਾਂ ਨੇ ਕਿਹਾ ਵੀ 3 ਆਪਸ਼ਨਾਂ ਨੇ, ਪਾਕਿਸਤਾਨ, ਇੰਡੀਆ ਜਾਂ ਸੁਤੰਤਰ। ਤਾਂ ਸਾਰੇ ਮੰਨ ਗਏ, ਪਾਕਿਸਤਾਨ ਵਾਲੇ ਪਾਕਿਸਤਾਨ ਚਲੇ ਗਏ, 552 ਬਚੇ, 549 ਇੰਡੀਆ 'ਚ ਆ ਗਏ, 3 ਅੜੇ ਉਹਨਾਂ ਦੇ ਨਾਲ ਆਪਾਂ ਆਹ ਚੀਜ਼ਾਂ ਕਰਕੇ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਆਪਾਂ ਕਰ ਲਿਆ। ਤਾਂ 1950 'ਚ ਸੰਵਿਧਾਨ ਲਾਗੂ ਹੋਇਆ, 4 ਗਰੁੱਪ ਬਣੇ, 29 ਸਟੇਟਸ ਬਣ ਗਈਆਂ। ਓਕੇ, ਏ ਗਰੁੱਪ, ਬੀ ਗਰੁੱਪ, ਸੀ ਗਰੁੱਪ, ਡੀ ਗਰੁੱਪ। ਏ ਦੇ ਵਿੱਚ ਕਿੰਨੇ ਸੂਬੇ, 9, ਬੀ 'ਚ 9, ਸੀ 'ਚ 10, ਡੀ 'ਚ 1। ਤਾਂ ਏ ਦੇ ਵਿੱਚ ਬ੍ਰਿਟਿਸ਼ ਇੰਡੀਆ ਦੇ ਗਵਰਨਰ ਵਾਲੇ ਉਹ ਆ ਗਏ, ਬੀ ਦੇ ਵਿੱਚ ਜਿਹੜੇ ਆਜ਼ਾਦ ਸੀ ਤੇ ਲੈਜਿਸਲੇਚਰ ਉਹਨਾਂ ਦਾ ਆਜ਼ਾਦ ਆ, ਸੀ ਦੇ ਵਿੱਚ ਚੀਫ ਕਮਿਸ਼ਨਰ ਵਾਲਾ ਸਿਸਟਮ ਸੀ, ਡੀ ਦੇ ਵਿੱਚ ਇੱਕ ਹੀ ਸੀਗਾ, ਅੰਡੇਮਾਨ ਤੇ ਨਿਕੋਬਾਰ। ਕਲੀਅਰ ਆ। ਬਾਕੀ ਹੁਣ ਆਪਾਂ ਇਹਦੇ ਬਾਰੇ ਪਾਰਟ 1 ਦੇ ਬਾਰੇ ਪ੍ਰੋਪਰ ਗੱਲ ਕਰ ਲਈ ਆ, ਇਹਦੇ ਆਰਟੀਕਲ 1 to 4 ਦੀ ਗੱਲ ਕਰ ਲਈ। ਤਾਂ ਐਵੇਂ ਹੀ ਆਪਾਂ ਹੁਣ ਸੰਵਿਧਾਨ ਦਾ ਜਿਹੜਾ ਦੂਸਰਾ ਪਾਰਟ ਚੱਲੂਗਾ ਉਹ ਹੋਊਗਾ ਪਾਰਟ 2 ਸਿਟੀਜ਼ਨਸ਼ਿਪ, ਤਾਂ ਉਹਦੇ ਬਾਰੇ ਗੱਲ ਕਰਾਂਗੇ, ਤਾਂ ਉਹਦੇ MCQ ਦੇਖਾਂਗੇ। ਤਾਂ ਹੁਣ ਆਪਣਾ ਅੱਜ ਦਾ ਟੌਪਿਕ ਸੀਗਾ, ਤੁਹਾਨੂੰ ਪਤਾ ਲੱਗ ਗਿਆ। ਚਲੋ ਐਂਡ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਦਾ। ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਠੀਕ ਆ। ਚੈਨਲ ਦਾ ਲਿੰਕ ਤੁਹਾਡੇ ਕੋਲ ਹੈ, ਪੰਜਾਬ ਸਟੱਡੀ IQ, ਔਰ ਅੱਗੇ ਸ਼ੇਅਰ ਕਰਨੀ, ਸਬਸਕ੍ਰਾਈਬ ਕਰਨੀ, ਇਹ ਤੁਹਾਡੀ ਜ਼ਿੰਮੇਵਾਰੀ ਆ, ਤਾਂ ਜੋ ਸਾਨੂੰ ਵੀ ਮੋਟੀਵੇਸ਼ਨ ਮਿਲੇ ਔਰ ਅਸੀਂ ਤੁਹਾਡੇ ਲਈ ਐਵੇਂ ਵਧੀਆ ਕੰਟੈਂਟ ਲੈ ਕੇ ਆਉਂਦੇ ਰਹੀਏ।